अपने का ताण। जन को प्रभु अपने का ताण, प्रभु अपने का ताण। जो तू कर करावे स्वामी, जो तू कर है करावे स्वामी। सामसलत परवान, सामसलत परवान, सामसलत परवान। सामसलत परवान। कारबार तेरा परवासा, तू जन कह संग, तू जन कह संग, तू जन कह संग। कारबार तेरा परवासा, तू जन कह संग, जन कह संग, जन कह संग। कर कृपा प्रीतम प्रभु अपने, कर कृपा प्रीतम प्रभु अपने। नाम जपो हर रंग, नाम जपो हर रंग, नाम जपो हर रंग, नाम जपो हर रंग। कारबार तेरा परवासा, तू जन कह संग, तू जन कह संग, तू जन कह संग। तेरा परवासा, तू जन कह संग, तू जन कह संग, तू जन कह संग। धन गोपाल गुण साखी। अत परमेश्वर गत गत नारायण धन गोपाल गुण साखी। धन गोपाल गुण साखी। चरण चरण शरण नानक दास हर हर। संति यह विद जाति। संति यह विद जाति। पत परमेश्वर गत नारायण धन गोपाल
गुण साखी, धन गोपाल गुण साखी। चरण शरण नानक दास हर हर, चरण शरण नानक दास हर हर। संति यह बिद जाति, संति यह बिद जाति, संति यह बिद जाति, संति यह बिद जाति। घर बार तेरा परवासा, तू जन कह संग, तू जन कह संग, तू जन कह संग। घर बार तेरा परवासा, तू जन कह संग, जन कह संग, जन कह संग। कर कृपा प्रीतम प्रभ अपने, कर कृपा प्रीतम प्रभ अपने। नाम जपो हर रंग, नाम जपो हर रंग, नाम जपो हर रंग, नाम जपो हर रंग। हर बार तेरा परवासा, तू जन कह संग, तू जन कह संग, तू जन कह संग, तू जन कह संग, तू जन कह संग। ना मैला ना तुम दिला, ना भगवान कच। नानक लालो लाल है, सच्चे रत्ता सच। किथों कह रहे गए मैं समावे, जीजन किस्म कह कौन की मिटावे। कान तैन सुनित से बन सुहावे, गम गुद साहिब बोध सुनव लावे। सच पूरा गुर उपदेसिया, नानक सुनावे सच पूरा गुर उपदेसिया, नानक सुनावे। किथों बजे कह रहे कहे मैं समावे, जीजन सब खसम के कौन कीमत पावे। कहन तैन सुन से पसहावे, अगम गोचर साहिबो दुसलव न लावे। सच पूरा गुर उपदेसिया, नानक सुनावे। श्लोक पवन गुरु पाणी पिता माता, धरत महद दिवस रात दोए दाई दाया। खेले सगल जगत चंगियाइयां बुराइयां, वाचै धर्म हदूर कर्मी आपो अपनी। के नेड़े के दूर जिनी नाम थे आया, गए मशक्कत काल। नानक ते मुख उजले, केती छुट्टी नाल। वाहिगुरु जी का खालसा, वाहिगुरु जी की फतेह।
ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ, ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ, ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਉ, ਤੇਗ ਬਹਾਦਰ ਪਰਮ ਕਿਰਪਾਲਾ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ। ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਮਾਤ ਹਰ ਖਾਏ ਔਰ ਆਨੰਦ ਨ ਮਾਏ। ਸੁਤ ਨੇਹ ਅਧਿਕਾਏ ਬਹੁ ਬਿਦ ਸਮਝਾਵਈ। ਤਾਤ ਕਉ ਕਾਜ ਨੇ ਰਹੋ ਕਰ ਮਾਹੇ ਬੈਸੇ। ਕਹੂ ਨ ਕਹੇ ਹੋ ਕੁਛ ਕਰੋ ਮਨ ਭਾਵਈ। ਆਂਖ ਤੇ ਨ ਹੋ ਦੂਰ ਰਹੀਏ ਹਦੂਰ ਸੁਤ। ਫਿਕਰ ਕੋ ਜ਼ਿਕਰ ਨ ਤੁਮ ਤਕ ਆਵਈ। ਕੋਸ਼ਿਸ਼ ਕੋ ਪਾਵੋ ਔਰ ਇੱਛਾ ਸੋ ਖਾਵੋ। ਬੈਸ ਹਰ ਗੁਣ ਗਾਵੋ ਤੁਮੇ ਕਉ ਨਾ ਹਟਾਵਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ। ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ
ਆਪ ਜੀ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਪੜ੍ਹਨ ਤੇ ਸੁਣਨ ਦਾ ਉਹ ਭਾਗ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਇਸ ਲਈ ਸਤਿਗੁਰਾਂ ਦਾ ਰੋਮ ਰੋਮ ਕਰਕੇ ਸ਼ੁਕਰ ਹੈ, ਸ਼ੁਕਰਾਨਾ ਹੈ। ਗਰੀਬ ਨਵਾਜ ਸਤਿਗੁਰੂ ਜੀ ਰਾਏ ਬੁਲਾਰ ਦੇ ਪਾਸ ਬੈਠੇ ਦਰਸ਼ਨ ਦੇ ਰਹੇ ਨੇ, ਬਚਨ ਬਿਲਾਸ ਹੋ ਰਹੇ ਨੇ। ਚਾਚਾ ਲਾਲੂ ਜੀ ਕਹਿੰਦੇ, ਜੇ ਤੁਹਾਡਾ ਘਰ ਚਿੱਤ ਨਹੀਂ ਲੱਗਦਾ ਤੇ ਦੁਕਾਨਦਾਰੀ ਕਰ ਲਓ। ਤਾਂ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ, ਹਾਣ ਹਟ ਕਰ ਆਰਜਾ ਸੱਚ ਨਾਮ ਕਰਵਤ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਡੋ ਰੱਖ। ਵਣ ਜਾ ਰਿਆਂ ਸਿਉ ਵਣਜ ਕਰ ਲੈ ਲਾਹਾ ਮਨ ਹੱਸ। ਕਹਿਣ ਲੱਗੇ, ਜੇ ਦੁਕਾਨ ਨਹੀਂ ਕਰਨੀ ਤਾਂ ਫਿਰ ਸੌਦਾਗਰੀ ਕਰ ਲਓ, ਘੋੜੇ ਖਰੀਦ ਕੇ ਘੋੜਿਆਂ ਦਾ ਵਪਾਰ ਕਰ ਲਓ। ਤਾਂ ਸਾਹਿਬ ਨੇ ਬਚਨ ਕਹੇ, ਸੁਣ ਸਾਸਤ ਸੌਦਾਗਰੀ, ਸਤ ਘੋੜੇ ਲੈ ਚੱਲ। ਖਰਚ ਬੰਨ ਚੰਗਿਆਈਆਂ ਮਤ ਮਨ ਜਾਣੈ ਕੱਲ। ਨਿਰੰਕਾਰ ਕੈ ਦੇਸ ਜਾਹੇ, ਤਾਂ ਸੁਖ ਲਹੈ ਮਹੱਲ। ਪਿਤਾ ਜੀ ਕਹਿਣ ਲੱਗੇ, ਜੇ ਸੌਦਾਗਰੀ ਵੀ ਨਹੀਂ ਕਰਨੀ ਤੇ ਨੌਕਰੀ ਕਰ ਲਓ। ਤਾਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਬਦ ਦਾ ਅਖੀਰਲਾ ਬੰਦ ਉਚਾਰਨ ਕੀਤਾ, ਲਾਏ ਚਿੱਤ ਕਰ ਚਾਕਰੀ। ਮਨ ਨਾਮ ਕਰ ਕੰਮ, ਬਨ ਬਧੀਆਂ ਕਰ ਧਾਵਣੀ। ਤਾਂ ਕੋ ਆਖੈ ਧਨ, ਨਾਨਕ ਵੇਖੈ ਨਦਰ ਕਰ, ਚੜ੍ਹੈ ਚਵਗਣ ਬਨ। ਇਹ ਉਪਦੇਸ਼ ਸੁਣਿਆ ਬੇਬਲ ਹੋ ਕੇ ਮਾਤਾ ਜੀ ਔਰ ਪਿਤਾ ਜੀ ਵਾਪਸ ਚਲੇ ਗਏ। ਸਤਿਗੁਰੂ ਜੀ ਰਾਏ ਬੁਲਾਰ ਦੇ ਘਰ ਠਹਿਰੇ ਹਨ। ਰਾਤ ਬੀਤੀ ਹੈ, ਅਗਲਾ ਦਿਨ ਚੜ੍ਹਿਆ। ਸਤਿਗੁਰੂ ਜੀ ਸਾਰਾ ਦਿਨ ਨਨਕਾਣਾ ਸਾਹਿਬ ਬਾਹਰ ਜੋ ਇਕਾਂਤ ਹੈ ਉੱਥੇ ਬੈਠੇ ਰਹੇ। ਸ਼ਾਮ ਜੇ ਦਾ ਸਮਾਂ ਹੋਇਆ, ਗਰੀਬ ਨਵਾਜ ਸਾਹਿਬ ਜੀ ਆਪਣੇ ਆਪ ਚੱਲ ਕੇ ਮਾਤਾ ਜੀ ਦੇ ਪਾਸ ਘਰ ਆਏ ਨੇ। ਅੱਗੋਂ ਮਾਤਾ ਜੀ ਦੀ ਨਿਗਾਹ ਪਈ ਕਿ ਸਤਿਗੁਰੂ ਜੀ ਆਏ ਹਨ ਤੇ ਨਾ ਅੰਦਰ ਵੱਡੀ ਭਾਰੀ ਖੁਸ਼ੀ ਹੋਈ। ਜਿਸ ਪ੍ਰਕਾਰ ਨਾਲ ਮਾਤਾ ਜੀ ਗੁਰੂ ਨਾਨਕ ਸਾਹਿਬ ਜੀ ਨਾਲ ਬਚਨ ਬਿਲਾਸ ਕਰ ਰਹੇ ਹਨ, ਆਓ ਇਹ ਸਾਰੀ ਅੰਮ੍ਰਿਤ ਕਥਾ ਧਿਆਨ ਨਾਲ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਜੋੜੀਏ। ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ 'ਚ ਲਵਾਓ। ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਮਾਤ ਹਰ ਖਾਏ ਔਰ ਆਨੰਦ ਨ ਮਾਏ। ਸੁਤ ਨੇਹ ਅਧਿਕਾਏ ਬਹੁ ਬਿਦ ਸਮਝਾਵਈ। ਜਦੋਂ ਮਾਤਾ ਜੀ ਨੇ ਵੇਖਿਆ ਕਿ ਸਤਿਗੁਰੂ ਜੀ ਘਰ ਆਏ ਨੇ ਤੇ ਵੇਖ ਕੇ ਮਾਤਾ ਜੀ ਬੜੇ ਖੁਸ਼ ਹੋਏ। ਇਤਨਾ ਆਨੰਦ, ਇਤਨਾ ਖੇੜਾ ਮਾਤਾ ਜੀ ਦੇ ਹਿਰਦੇ 'ਚ ਪੈਦਾ ਹੋਇਆ ਕਿ ਉਹ ਆਨੰਦ ਮਾਤਾ ਜੀ ਦੇ ਅੰਗਾਂ ਦੇ ਵਿੱਚ ਨਹੀਂ ਮੇਵਦਾ। ਆਪਣੇ ਲਾਲ ਪ੍ਰਤੀ ਵੱਡਾ ਭਾਰੀ ਅਦਕ ਸਨੇਹ ਹੈ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕੋਲ ਬਿਠਾ ਕੇ ਮਾਤਾ ਜੀ ਬੜੇ ਪਿਆਰ ਨਾਲ ਇਸ ਤਰ੍ਹਾਂ ਬਚਨ ਕਰਦੇ ਕਹਿਣ ਲੱਗੇ, ਤਾਤ ਕੋ ਕਾਜ ਨੇ ਰਹੋ ਘਰ ਮਾਏ ਬੈਸੀ। ਆਖਿਆ, ਹੈ ਪੁੱਤਰ, ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ। ਕਿਉਂਕਿ ਪਹਿਲਾਂ ਕੱਲ ਬੇਨਤੀਆਂ ਕੀਤੀਆਂ ਸੀ ਵੀ ਦੁਕਾਨਦਾਰੀ ਕਰ ਲਓ, ਖੇਤੀ ਕਰ ਲਓ, ਨੌਕਰੀ ਕਰ ਲਓ। ਸਤਿਗੁਰਾਂ ਨੇ ਸਾਰੀਆਂ ਗੱਲਾਂ ਦੇ ਜਵਾਬ ਦੇ ਦਿੱਤੇ ਸੀ। ਅੱਜ ਮਾਤਾ ਜੀ ਨੇ ਆਖਿਆ ਵੀ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਲਾਲ ਜੀ, ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ। ਤੁਸੀਂ ਬਸ ਮੇਰੀਆਂ ਅੱਖਾਂ ਦੇ ਸਾਹਮਣੇ ਘਰ ਰਿਹਾ ਕਰੋ, ਮੈਨੂੰ ਦਰਸ਼ਨ ਦਿਆ ਕਰੋ। ਏਦਾਂ ਮਾਤਾ ਜੀ ਨੇ ਬੇਨਤੀ ਕੀਤੀ। ਕਉ ਨਾ ਕਹੇ ਹੋ ਕੁਛ ਕਰੋ ਮਨ ਭਾਵਈ। ਤੁਹਾਨੂੰ ਕੋਈ ਕੁਝ ਨਹੀਂ ਆਖਣ ਲੱਗਾ ਕਿ ਤੁਸੀਂ ਇਹ ਕੰਮ ਕਰੋ ਨਾ ਕਰੋ। ਤੁਹਾਡੀ ਆਪਣੀ ਸਵੈ ਇੱਛਾ ਹੋਵੇਗੀ, ਆਪਣੀ ਇੱਛਾ ਨਾਲ ਵਿਚਰੋ।
ਤੁਹਾਨੂੰ ਕਿਸੇ ਵੀ ਗੱਲ ਦਾ ਫਿਕਰ ਨਹੀਂ ਹੋਵੇਗਾ, ਕਿਸੇ ਵੀ ਫਿਕਰ ਦਾ ਜ਼ਿਕਰ ਤੁਹਾਡੇ ਕੋਲ ਨਹੀਂ ਹੋਵੇਗਾ। ਆਂਖ ਤੇ ਨਾ ਹੋਵੋ ਦੂਰ ਰਹੀਏ ਹਦੂਰ ਸੁਤ। ਇਹ ਲਾਲ ਜੀ ਤੁਸੀਂ ਮੇਰੀਆਂ ਅੱਖਾਂ ਤੋਂ ਦੂਰ ਨਾ ਹੋਵੋ। ਇਹ ਮਾਤਾ ਜੀ ਦੇ ਹਿਰਦੇ ਦੀ ਮਮਤਾ ਹੈ, ਤਿਨਾਂ ਦੇ ਹਿਰਦੇ ਦਾ ਵਾਤ ਛੱਲਿਆ ਰਸ ਹੈ। ਕਹਿਣ ਲੱਗੇ ਲਾਲ ਜੀ ਤੁਸੀਂ ਮੇਰੀਆਂ ਅੱਖਾਂ ਤੋਂ ਦੂਰ ਨਾ ਹੋਵੋ, ਮੇਰੀਆਂ ਅੱਖਾਂ ਦੇ ਹਮੇਸ਼ਾ ਸਾਹਮਣੇ ਰਹੋ। ਫਿਕਰ ਕੋ ਜ਼ਿਕਰ ਨਾ ਤੁਮ ਤੱਕ ਆਵਈ। ਘਰ ਦੇ ਜਿਤਨੇ ਫਿਕਰ ਹੁੰਦੇ ਨੇ ਉਹਨਾਂ ਫਿਕਰਾਂ ਦੇ ਵਿੱਚੋਂ ਕਿਸੇ ਇੱਕ ਵੀ ਫਿਕਰ ਦਾ ਜ਼ਿਕਰ ਤੁਹਾਡੇ ਕੋਲ ਨਹੀਂ ਚੱਲੇਗਾ। ਕੁਝ ਹੋਵੇ ਘਰ ਵਿੱਚ, ਕਿਸੇ ਵੀ ਗੱਲ ਦੇ ਫਿਕਰ ਦਾ ਜ਼ਿਕਰ ਤੁਹਾਡੇ ਕੋਲ ਨਹੀਂ ਹੋਵੇਗਾ। ਕੋਸ਼ਿਸ਼ ਕੋ ਪਾਵੋ ਔਰ ਇੱਛਾ ਸੋ ਖਾਵੋ। ਤੁਸੀਂ ਜਿਹੋ ਜੇ ਕੱਪੜੇ ਪਾਉਣੇ ਉਦਾਂ ਦੇ ਪਾਵੋ, ਤੁਹਾਨੂੰ ਕੋਈ ਨਹੀਂ ਕਹਿੰਦਾ ਇਦਾਂ ਦੇ ਕੱਪੜੇ ਨਾ ਪਾਓ। ਜਿੱਦਾਂ ਦੀ ਪੋਸ਼ਾਕ ਪਾਉਣੀ ਹੈ ਪਹਿਨੋ, ਜਿੱਦਾਂ ਦਾ ਖਾਣਾ ਖਾਣਾ ਖਾਓ, ਜੋ ਤੁਹਾਡੀ ਇੱਛਾ ਉਹਦੇ ਮੁਤਾਬਕ ਸੁਤੰਤਰ ਹੋ ਕੇ ਵਿਚਰੋ। ਬੈਸਹਾਰ ਗੁਣ ਗਾਵੋ ਤੁਮੇ ਕੋ ਨਾ ਹਟਾਵਈ। ਇੱਥੇ ਘਰ 'ਚ ਬੈਠੇ ਤੁਸੀਂ ਨਿਰੰਕਾਰ ਦੇ ਗੁਣ ਗਾਓ, ਪਰਮੇਸ਼ਰ ਦਾ ਭਜਨ ਕਰੋ, ਤੁਹਾਨੂੰ ਕੋਈ ਨਹੀਂ ਰੋਕਣ ਲੱਗਾ ਲਾਲ ਜੀ, ਤੁਹਾਨੂੰ ਕੋਈ ਨਹੀਂ ਹਟਾਉਣ ਲੱਗਾ। ਤੁਸੀਂ ਆਪਣੀ ਇੱਛਾ ਦੇ ਮੁਤਾਬਕ ਇੱਥੇ ਘਰ ਵਿੱਚ ਬੈਠੇ ਨਿਰੰਕਾਰ ਦੇ ਗੁਣਾਂ ਨੂੰ ਗਾਓ। ਕਾਲੂ ਟੇਗੇ ਆਇਓ ਬੈਠ ਬਚਨ ਅਲਾਇਓ। ਇੰਨੇ ਨੂੰ ਪਿਤਾ ਜੀ ਵੀ ਆ ਗਏ ਘਰ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੈਠਿਆਂ ਵੇਖਿਆ ਤੇ ਕੋਲ ਆ ਕੇ ਪਿਤਾ ਜੀ ਬੋਲੇ, ਕਹਿਣ ਲੱਗੇ ਮੋਦੀ ਕ੍ਰਿਤ ਕੋ ਹਟਾਇਓ ਪਲੀ ਬਾਤ ਨਾ ਵਿਚਾਰੀਆ। ਆ ਕੇ ਪਿਤਾ ਜੀ ਨੇ ਆਪਣੇ ਸੁਭਾਅ ਮੁਤਾਬਕ, ਜਿਵੇਂ ਉਹਨਾਂ ਦਾ ਸੁਭਾਅ ਸੀ ਉਸ ਸੁਭਾਅ ਮੁਜਬ ਮਹਾਰਾਜ ਜੀ ਨੂੰ ਕਹਿਣ ਲੱਗੇ ਪੁੱਤਰ ਨਾਨਕ, ਮੋਦੀ ਖਾਨੇ ਦਾ ਕੰਮ ਛੱਡ ਕੇ ਤੂੰ ਚੰਗਾ ਨਹੀਂ ਕੀਤਾ। ਕੋਲ ਆ ਕੇ ਬਹਿ ਗਏ ਪਿਤਾ ਜੀ, ਕਹਿਣ ਲੱਗੇ ਮੋਦੀ ਦੀ ਕ੍ਰਿਤ ਛੱਡ ਕੇ ਇਹ ਗੱਲ ਤੁਸੀਂ ਚੰਗੀ ਤਰ੍ਹਾਂ ਨਹੀਂ ਵਿਚਾਰੀ। ਆਵਤੇ ਅਪਾਰ ਬਿਤ ਖਾਤ ਖਰ ਚੰਤ ਨਿਤ। ਮੋਦੀ ਖਾਨੇ ਦਾ ਇੰਨਾ ਵਧੀਆ ਕੰਮ ਚੱਲਦਾ ਸੀ, ਖੁੱਲੀ ਮਾਇਆ ਦੇ ਗੱਫੇ ਆਉਂਦੇ ਸੀ, ਆਪਣੀ ਇੱਛਾ ਦੇ ਮੁਤਾਬਕ ਤੁਸੀਂ ਖਰਚਦੇ ਤੇ ਖਾਂਦੇ ਸੀ। ਇਕੱਠੋ ਨਾ ਕੀਨੋ ਸਭ ਬਾਦ ਕਰੋ ਖੁਆਰੀਆ। ਤੁਸੀਂ ਧਨ ਇਕੱਠਾ ਨਹੀਂ ਕੀਤਾ ਤੇ ਸਾਰਾ ਵਿਅਰਥ ਗਵਾ ਲਿਆ, ਸਾਰਾ ਧਨ ਫਜ਼ੂਲ ਗਵਾ ਲਿਆ ਹੈ। ਆਪਨ ਕੀ ਸੋਝ ਸਭ ਦੀਨੀ ਹੈ ਲੁਟਾਏ ਤੁਮ। ਫਿਰ ਮੈਨੂੰ ਪਤਾ ਲੱਗਾ ਨਾਨਕ ਕਿ ਤੂੰ ਮੋਦੀ ਖਾਨੇ 'ਚ ਜਿੰਨਾ ਸਮਾਨ ਪਿਆ ਸੀ ਉਹ ਵੀ ਲੁਟਾ ਦਿੱਤਾ, ਉਹ ਵੀ ਸਾਰਾ ਕੁਝ ਉਜਾੜ ਦਿੱਤਾ। ਸੁਨਿਓ ਹਮ ਕਾਨ ਤਨ ਸ਼ੇਖ ਬਹੁ ਥਾਰੀਆ। ਮੈਂ ਫਿਰ ਇਹ ਵੀ ਸੁਣਿਆ ਸੀ ਕਿ ਤੇਰਾ ਧਨ ਵਧਿਆ ਸੀ ਨਵਾਬ ਵੱਲੇ, 760 ਰੁਪਏ ਤੇਰੇ ਵਧੇ ਸਨ ਨਵਾਬ ਵੱਲੋਂ ਲੈਣੇ। ਸੋ ਪੀਨੇ ਲਿਓ ਸਭ ਰੰਕਨ ਕੋ ਦਿਓ ਕਹਿ। ਉਹ ਜਿਹੜੇ ਤੇਰੇ ਪੈਸੇ ਉਹਦੇ ਕੋਲ ਵਧੇ ਸੀ ਲੈਣ ਵਾਲੇ, ਉਹ ਵੀ ਤੂੰ ਨਹੀਂ ਲਏ ਤੇ ਉੱਥੇ ਰੰਕਾਂ ਵਿੱਚ, ਭਿਖਾਰੀਆਂ ਵਿੱਚ ਤੇ ਫਕੀਰਾਂ ਵਿੱਚ ਵੰਡ ਦਿੱਤੇ ਹਨ। ਸਾਧ ਬੇਕ ਪਇਓ ਕੀਨੋ ਕੋ ਜਸ ਹਮਾਰੀਆ। ਆ ਹੁਣ ਸਾਧਾਂ ਵਾਲਾ ਭੇਸ ਤੂੰ ਧਾਰਨ ਕਰ ਲਿਆ ਤੇ ਜਿਹਦੇ ਨਾਲ ਸਾਡਾ ਕੁਜਸ ਹੋਇਆ, ਸਾਡੀ ਸੰਸਾਰ ਦੇ ਵਿੱਚ ਹਾਨੀ ਹੋਈ ਹੈ, ਲੋਕ ਸਾਡੀ ਨਿੰਦਾ ਕਰਦੇ ਹਨ। ਜਬ ਕੋ ਜਨਮ ਪਇਓ ਤਬ ਕੋ ਨਾ ਸੁਖ ਦਿਓ। ਨਾਨਕ ਜਦੋਂ ਦਾ ਤੇਰਾ ਸਾਡੇ ਘਰ ਜਨਮ ਹੋਇਆ ਤੂੰ ਕਦੇ ਸਾਨੂੰ ਸੁੱਖ ਨਹੀਂ ਦਿੱਤਾ, ਉਦੋਂ ਦਾ ਤੂੰ ਕਦੇ ਸੁੱਖ ਨਹੀਂ ਦਿੱਤਾ ਜਦੋਂ ਦਾ ਤੂੰ ਸਾਡੇ ਘਰ ਜਨਮ ਲੈ ਕੇ ਆਇਆ ਹੈ। ਪੂਰ ਸਮਝਾਇਓ ਏਕ ਬਾਤ ਨਹਿ ਮਾਨੀਆ। ਤੈਨੂੰ ਬਥੇਰਾ ਸਮਝਾਇਆ, ਜਿੰਨੀ ਵਾਰ ਮਿਲਿਆ ਉਨੀ ਵਾਰੀ ਸਮਝਾਇਆ, ਪਰ ਤੂੰ ਮੇਰੀ ਇੱਕ ਵੀ ਗੱਲ ਨਹੀਂ ਮੰਨੀ, ਇੱਕ ਵੀ ਗੱਲ ਨੂੰ ਸੁਣ ਕੇ ਧਾਰਨ ਨਹੀਂ ਕੀਤਾ। ਪਾਖेंगे ਸ਼ਰੀਕ ਸੁਤ ਕਾਲੂ ਕੋ ਫਕੀਰ ਪਇਓ। ਆ ਹੁਣ ਸ਼ਰੀਕ ਕੀ ਆਖਣਗੇ, ਹੁਣ ਤਾਈਂ ਤਾਂ ਮੈਂ ਬਰਦਾਸ਼ਤ ਕਰੀ ਗਿਆ, ਪਰ ਹੁਣ ਮੈਂ ਕਿਵੇਂ ਬਰਦਾਸ਼ਤ ਕਰਾਂਗਾ ਜਦੋਂ ਇਹ ਸ਼ਰੀਕ ਆਖਣਗੇ ਕਿ ਕਾਲੂ ਦਾ ਪੁੱਤਰ ਫਕੀਰ ਬਣ ਗਿਆ।
ਕਾਲੂ ਦੇ ਪੁੱਤਰ ਨੇ ਸਰੀਰ ਤੇ ਸਾਧਾਂ ਵਾਲਾ ਭੇਖ ਧਾਰਨ ਕਰ ਲਿਆ ਤੇ ਉਹ ਫਕੀਰ ਹੋ ਗਿਆ। ਜਾਤ ਕੀ ਨਾ ਗੋਤ ਲਾਜ ਰਿਦੇਕ ਜਾਨੀਆਂ। ਤੂੰ ਆਪਣੇ ਭਾਈਚਾਰੇ ਦੀ, ਆਪਣੀ ਬਰਾਦਰੀ ਦੀ, ਆਪਣੀ ਜਾਤ ਪਾਤ ਦੀ ਲਾਜ ਨੂੰ ਨਹੀਂ ਵਿਚਾਰਿਆ। ਤਜੋ ਤਨ ਬੇਕ ਪਤ ਹਤੋ ਨਾ ਵਿਸ਼ੇਖ ਮੇਰੀ। ਨਾਨਕ ਹਾਲੇ ਵੀ ਵੇਲਾ, ਆ ਜਿਹੜੀ ਤੂੰ ਬਾਹਰੀ ਪੁਸ਼ਾਕ ਧਾਰਨ ਕੀਤੀ ਐ ਇਹਨੂੰ ਛੱਡ, ਮੇਰੀ ਪੱਤ ਨਾ ਰੋਲ, ਹਾਲੇ ਵੀ ਕੁਝ ਨਹੀਂ ਵਿਗੜਿਆ। ਜਿਹੜੀ ਪੁਸ਼ਾਕ ਧਾਰਨ ਕੀਤੀ ਐ ਫਕੀਰਾਂ ਵਾਲੀ, ਇਹ ਪੁਸ਼ਾਕ ਤਿਆਗ ਦੇ। ਦੇਨੋ ਸੁਖ ਰਹਿਓ ਸਦਾ ਭਇਓ ਦੁਖ ਦਾਨੀਆਂ। ਤੂੰ ਮੈਨੂੰ ਸੁਖ ਤੇ ਕੀ ਦੇਣਾ ਸੀ, ਸਗੋਂ ਹਮੇਸ਼ਾ ਮੇਰੇ ਲਈ ਤੂੰ ਦੁਖਦਾਈ ਸਾਬਤ ਹੋਇਆ। ਤੂੰ ਮੈਨੂੰ ਸੁਖ, ਲੋਕਾਂ ਦੇ ਘਰੇ ਪੁੱਤ ਹੁੰਦੇ ਐ, ਉਹ ਆਪਣੇ ਮਾਂ-ਬਾਪ ਨੂੰ ਸੁੱਖ ਦਿੰਦੇ ਐ, ਤੂੰ ਮੈਨੂੰ ਸੁੱਖ ਤਾਂ ਕੀ ਦੇਣਾ ਸੀ, ਤੂੰ ਸਗੋਂ ਸਾਡੇ ਘਰ ਜਨਮ ਲੈ ਕੇ ਮੇਰੇ ਲਈ ਦੁੱਖ ਦੇਣ ਵਾਲਾ ਸਾਬਤ ਹੋਇਆ। ਰਹੋ ਨਿਜ ਤਾਮ ਨਹਿ ਕਹੇ ਕਰੋ ਕਾਜ ਕੁਛ। ਆ ਜਿਹੜਾ ਫਕੀਰਾਂ ਵਾਲਾ ਭੇਸ ਧਾਰਿਆ ਇਹਨੂੰ ਛੱਡ ਦੇ, ਇਹਨੂੰ ਲਾ ਦੇ। ਆਮ ਜਿਹੜੇ ਕੱਪੜੇ ਪਹਿਲਾਂ ਪਹਿਨਦੇ ਸੀ ਉਹ ਧਾਰਨ ਕਰ ਲੋ ਤੇ ਘਰ 'ਚ ਰਹਿ, ਕੋਈ ਕੰਮ ਕਰਨ ਦੀ ਲੋੜ ਨਹੀਂ ਤੈਨੂੰ। ਜੇ ਤੂੰ ਨਹੀਂ ਕਰਨਾ ਕੋਈ ਕੰਮ ਤੇ ਨਾ ਕਰ, ਪਰ ਘਟੋ ਘਟ ਆ ਫਕੀਰਾਂ ਵਾਲਾ ਭੇਸ ਲਾ ਕੇ ਗ੍ਰਸਤੀਆਂ ਵਾਲੇ ਕੱਪੜੇ ਧਾਰਨ ਕਰ ਲੈ। ਕੌਣ ਪੀਰ ਪਰੀ ਤੇ ਫਕੀਰ ਰੀਤ ਠਾਨੀਆਂ। ਜਿਹੜੀ ਤੇਰੇ ਤੇ ਭੀੜ ਪੈ ਗਈ ਸੀ, ਕਿਹੜਾ ਤੇਰੇ ਤੇ ਔਖਾ ਵੇਲਾ ਆ ਗਿਆ ਸੀ ਕਿ ਤੂੰ ਫਕੀਰ ਬਣ ਗਿਆ। ਅਕਸਰ ਲੋਕ ਉਦੋਂ ਫਕੀਰ ਬਣਦੇ ਆ ਜਦੋਂ ਕੋਈ ਉਹਨਾਂ ਤੇ ਭੀੜ ਆਈ ਹੋਵੇ। ਤੇਰੇ ਤੇ ਕਿਹੜੀ ਭੀੜ ਆ ਗਈ ਸੀ, ਕਿਹੜੀ ਤੈਨੂੰ ਪੀੜ ਨੇ ਆ ਕੇ ਵਿਆਪ ਲਿਆ ਸੀ ਕਿ ਤੂੰ ਫਕੀਰ ਬਣ ਗਿਆ। ਜਨਕ ਕੀ ਬਾतें ਸੁਨ ਤੁਸ਼ ਨਹੀਂ ਰਹੇ ਗੁਰ। ਪਿਤਾ ਜੀ ਦੇ ਬਚਨ ਸਤਿਗੁਰੂ ਜੀ ਨੇ ਸੁਣੇ, ਸੁਣ ਕੇ ਮਹਾਰਾਜ ਜੀ ਚੁੱਪ ਹੀ ਰਹੇ। ਹਾਲਾਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੀ ਉਮਰ ਇਸ ਵੇਲੇ 30 ਸਾਲ ਤੋਂ ਉੱਪਰ ਹੈ, 30 ਤੋਂ 40 ਦੇ ਵਿਚਕਾਰ, ਯਾਨੀ ਕਿ 35, 34, 35 ਸਾਲ ਦੇ ਨੇੜੇ। ਪਰ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਵੀ ਆਪਣੇ ਪਿਤਾ ਜੀ ਦੇ ਸਾਨਮੁਖ ਕੋਈ ਜਵਾਬ ਨਹੀਂ ਦਿੱਤਾ। ਜੋ ਗੱਲਾਂ ਪਿਤਾ ਜੀ ਨੇ ਕਹੀਆਂ ਚੁੱਪ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣ ਲਈਆਂ। ਵਾਕ ਨਾ ਬਖਾਨਿਓ ਸੋ ਕਲਿਆਣ ਕੋ ਜੋ ਦਾਨੀਆਂ। ਜੋ ਕਲਿਆਣ ਦੇ ਦਾਤੇ ਨੇ, ਮੁਕਤੀ ਦੇ ਦਾਤੇ ਨੇ, ਪਲਟਵਾਂ ਜਵਾਬ ਸਤਿਗੁਰੂ ਜੀ ਨੇ ਪਿਤਾ ਜੀ ਨੂੰ ਨਹੀਂ ਦਿੱਤਾ। ਕਮਲ ਬਦਨ ਤੇ ਨਿਕਾਸੀ ਨਾ ਅਲਿਨ ਗੇਰਾ। ਕਮਲ ਜੈਸੇ ਸੋਹਣੇ ਮੁਖੜੇ ਤੋਂ ਮਹਾਰਾਜ ਜੀ ਨੇ ਮਕਰੰਦ ਜੈਸੇ ਸੁੰਦਰ ਅੰਮ੍ਰਿਤ ਬੋਲ ਨਹੀਂ ਬੋਲੇ। ਤਾਤ ਕੀ ਜਿਠਾਈ ਨਿਸ ਸਾਮਹੀ ਪ੍ਰਮਾਨੀਆਂ। ਪਿਤਾ ਜੀ ਦੀ ਵਡਿਆਈ ਜਾਣ ਕੇ, ਜਿਵੇਂ ਰਾਤ ਨੂੰ ਕਮਲ ਦਾ ਫੁੱਲ ਬੰਦ ਹੀ ਰਹਿੰਦਾ ਨਾ ਤੇ ਉਹਦਾ ਜਿਹੜਾ ਮਕਰੰਦ ਹੁੰਦਾ ਵਿੱਚ ਹੀ ਰਹਿੰਦਾ ਹੈ, ਏਦਾਂ ਗੁਰਦੇਵ ਦਾ ਮੁਖ ਬੰਦ ਹੈ ਔਰ ਪਾਤਸ਼ਾਹ ਦੇ ਜਿਹੜੇ ਅੰਮ੍ਰਿਤ ਵਰਗੇ ਮਿੱਠੇ ਬੋਲ ਨੇ ਨਾ, ਉਹ ਮਹਾਰਾਜ ਜੀ ਨੇ ਆਪਣੇ ਅੰਦਰ ਹੀ ਰੱਖੇ ਨੇ, ਉਹ ਬੋਲੇ ਨਹੀਂ ਪਿਤਾ ਜੀ ਦੀ ਵਡਿਆਈ ਜਾਣਦਿਆਂ। ਮਾਨਸ ਮੈਂ ਹੰਸ ਨੀ ਸੀ ਤਾਂ ਹੀ ਬਿਰਾਜ ਰਹੀ। ਕਹਿੰਦੇ ਜਿਵੇਂ ਕੋਈ ਹੰਸ ਮਾਨ ਸਰੋਵਰ ਦੇ ਉੱਤੇ ਹੀ ਬਿਰਾਜ ਜਾਂਦੇ ਆ, ਉੱਥੋਂ ਜਾਂਦੇ ਨਹੀਂ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਮਾਨਸ ਦੇ ਸਮਾਨ ਉਜਵਲ ਹੈ, ਉਹ ਸਤਿਗੁਰੂ ਜੀ ਦੇ ਹਿਰਦੇ ਰੂਪੀ ਮਾਨ ਸਰੋਵਰ ਵਿੱਚ ਹੀ ਬਿਰਾਜੀ ਰਹੀ। ਗੁਰਦੇਵ ਨੇ ਆਪਣੇ ਮੁਖੋਂ ਬੋਲ ਨਹੀਂ ਕਹੇ। ਹੋਤੀ ਜੋ ਵਿਗਿਆਨ ਕੇ ਆਨੰਦ ਮੈਂ ਸਮਾਨੀਆਂ। ਇਹੋ ਜਿਹੇ ਅੰਮ੍ਰਿਤ ਬਚਨ ਸਤਿਗੁਰਾਂ ਦੇ ਜੋ ਵਿਗਿਆਨ ਵਿੱਚ ਮਿਲੇ ਹੋਏ, ਆਨੰਦ ਵਿੱਚ ਮਿਲੇ ਹੋਏ ਨੇ, ਉਹ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਹੀਂ ਬੋਲੇ। ਪਿਤਾ ਜੀ ਦੇ ਸਨਮੁਖ ਬਿਲਕੁਲ ਚੁੱਪ ਰਹੇ। ਹਿਤ ਸੋ ਬੋਲਾਏ ਮਾਤਾ ਭੋਜਨ ਅਚਾਇਓ। ਇੰਨੇ ਨੂੰ ਰਾਤ ਪੈ ਗਈ ਸੀ, ਭੋਜਨ ਤਿਆਰ ਕੀਤਾ ਮਾਤਾ ਜੀ ਨੇ ਬੜੀ ਰੀਝ ਨਾਲ। ਅੱਜ ਚਿਰਾਂ ਬਾਅਦ ਆਪਣੇ ਲਾਲ ਜੀ ਨੂੰ ਆਪਣੇ ਕੋਲ ਬਿਠਾ ਕੇ ਮਾਤਾ ਤ੍ਰਿਪਤਾ ਜੀ ਭੋਜਨ ਛਕਾਉਂਦੇ ਐ। ਲੈ ਬੇਟਾ ਨਾਨਕ, ਆ ਭੋਜਨ ਛਕ, ਤੇਰੀ ਮਰਜ਼ੀ ਦਾ ਭੋਜਨ ਮੈਂ ਤਿਆਰ ਕੀਤਾ ਜੋ ਤੈਨੂੰ ਮੈਂ ਬਚਪਨ 'ਚ ਛਕਾਉਂਦੀ ਸਾਂ। ਤੋ ਮਾਤਾ ਜੀ ਨੇ ਆਪ ਕੋਲ ਬਹਿ ਕੇ ਸਤਿਗੁਰੂ ਜੀ ਨੂੰ ਭੋਜਨ ਛਕਾਇਆ। ਪੁੰਨ ਪਾਨ ਪੈ ਕਰਾਇਓ ਪਰੇ ਅੰਕ ਪੋਡੇ ਆਨੀਆਂ। ਭੋਜਨ ਛਕਣ ਤੋਂ ਬਾਅਦ ਮਾਤਾ ਜੀ ਦੁੱਧ ਲਿਆਏ ਵੱਡਾ ਗਲਾਸ ਭਰ ਕੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁੱਧ ਛਕਿਆ। ਦੁੱਧ ਛਕ ਕੇ ਸਮੁੰਦਰ, ਖਾਲਸੀ ਬੋਲੇ 'ਚ ਦੁੱਧ ਨੂੰ ਸਮੁੰਦਰ ਕਹਿੰਦੇ ਐ,
ਸਮੁੰਦਰ ਛੱਕ ਕੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਸੁਖਾਸਣਾਂ ਤੇ ਬਿਰਾਜਮਾਨ ਹੋਏ ਹਨ। ਸਵਈਆ ਪੋਰ ਪਾਈ ਅਰਬਿੰਦ ਖੇਰੇ, ਅਰਣੋਦਿਆ ਤੇ ਚੱਕ ਵਿਹਾਰ ਖਾਏ। ਦਿਨ ਚੜਿਆ ਲੋ ਲੱਗੀ ਕਮਲ ਦੇ ਫੁੱਲ ਖਿੜ ਗਏ, ਸੂਰਜ ਦੀਆਂ ਕਿਰਨਾਂ ਤੇ ਰਿਸਮਾਂ ਨੂੰ ਵੇਖ ਕੇ ਚਕਵੀਆਂ ਤੇ ਚਕਵੇ ਖਿੜ ਗਏ। ਜਿਉ ਗੁਰੂ ਕੀ ਕਰੁਣਾ ਬਿਕਸੇ ਔਰ, ਮੇਲ ਸੁਖੰ ਸੁਮਤੀ ਮਨ ਪਾਏ। ਜਿਵੇਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸ੍ਰੇਸ਼ਟ ਮਤ ਪ੍ਰਾਪਤ ਕਰਕੇ ਗੁਰਮੁਖਾਂ ਦੇ ਹਿਰਦਿਆਂ 'ਚ ਵਿਗਾਸ ਤੇ ਖੇੜਾ ਪੈਦਾ ਹੁੰਦਾ, ਇਉਂ ਸੂਰਜ ਦੇ ਚੜ੍ਹਨ ਨਾਲ ਕਮਲ ਦੇ ਫੁੱਲ ਖਿੜੇ ਹਨ। ਤਾਰੇ ਛਪੇ ਜੋ ਬਿਕਾਰ ਨਸੇ, ਜਨ ਮੋਹ ਤਮੰਗ ਨਹਿ ਦੀਸਨ ਪਾਏ। ਸੂਰਜ ਦੇ ਚੜ੍ਹਦਿਆਂ ਜਿਵੇਂ ਤਾਰੇ ਛਿਪ ਜਾਂਦੇ ਐ, ਇਉਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ਣੇ ਨਾਲ ਗੁਰੂ ਕੇ ਸੇਵਕਾਂ ਦੇ ਹਿਰਦਿਆਂ ਵਿੱਚੋਂ ਵਿਕਾਰਾਂ ਰੂਪੀ ਤਾਰੇ ਦੂਰ ਹੋ ਗਏ। ਔਰ ਜਿਵੇਂ ਹਨੇਰਾ ਦੂਰ ਹੋ ਜਾਂਦਾ ਸੂਰਜ ਦੇ ਚੜ੍ਹਦਿਆਂ, ਏਦਾਂ ਸਤਿਗੁਰੂ ਜੀ ਦੇ ਸਿੱਖਾਂ ਦੇ ਹਿਰਦਿਆਂ ਵਿੱਚ ਗੁਰੂ ਕਰੁਣਾ ਨਾਲ ਮੋਹ ਦਾ ਤਮ ਹਨੇਰਾ ਦੂਰ ਹੋਇਆ ਤੇ ਗਿਆਨ ਦਾ ਪ੍ਰਕਾਸ਼ ਹੋਇਆ। ਕੀਨ ਇਸ਼ਨਾਨ ਗਏ ਉਦਿਆਨ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਾਹਰ ਇਕਾਂਤ ਵਿੱਚ ਉਦਿਆਨ 'ਚ ਗਏ ਹਨ। ਇਕਾਂਤ ਸਥਾਨ ਮੈਂ ਬੈਸ ਸੁਹਾਏ, ਇਕਾਂਤ ਵਿੱਚ ਬੈਠੇ ਆ ਗਰੀਬ ਨਵਾਜ ਸਤਿਗੁਰੂ ਜੀ। ਖਾਲਸਾ ਜੀ, ਅੱਜ ਸਾਡੇ ਵਿੱਚ ਸਭ ਤੋਂ ਵੱਡੀ ਕਮੀ ਦਾ ਭਾਵ ਇਹ ਵੀ ਹੈ ਕਿ ਸਾਧਨਾ ਕਰਨ ਵੇਲੇ ਗੁਰਸਿੱਖ ਇਕਾਂਤ ਵਿੱਚ ਬੈਠਣ ਦਾ ਜਿਹੜਾ ਬਹੁਤਾ ਸਮਾਂ ਬਤੀਤ ਕਰਦੇ ਸਨ, ਹੁਣ ਉਹ ਇਕਾਂਤ ਵਿੱਚ ਬੈਠਣ ਦਾ ਨਿਯਮ ਹੀ ਖਤਮ ਕਰਦੇ ਜਾ ਰਹੇ ਆ। ਜੇ ਕੋਈ ਇਕਾਂਤ ਵਿੱਚ ਬੈਠਦਾ ਤੇ ਉਹਨੂੰ ਆਮ ਕਰਕੇ ਕਹਿਣ ਲੱਗ ਪੈਂਦੇ, ਜੀ ਇਹ ਵੇਖੋ ਜੀ ਇਹ ਵੱਖਰਾ ਸਾਧ ਬਣਿਆ ਹੋਇਆ। ਖਾਲਸਾ ਜੀ, ਅੰਮ੍ਰਿਤ ਵੇਲੇ ਉੱਠਣਾ, ਜਦੋਂ ਸਾਰਾ ਪਰਿਵਾਰ ਆਪੋ ਆਪਣੇ ਆਨੰਦ ਵਿੱਚ ਹੈ, ਉਸ ਵੇਲੇ ਕੁਝ ਸਮਾਂ ਇਕਾਂਤ ਵਿੱਚ ਬੈਠ ਕੇ ਪਰਮੇਸ਼ਰ ਦਾ ਭਜਨ ਕਰਨਾ, ਇਹ ਆਪਣੇ ਆਪ ਨਾਲ ਬੈਠਣ ਦੀ ਸਾਧਨਾ ਹੈ। ਜਦੋਂ ਤੱਕ ਅਸੀਂ ਆਪਣੇ ਆਪ ਨਾਲ ਬੈਠਦੇ ਨਹੀਂ, ਉਦੋਂ ਤੱਕ ਆਪਣੇ ਆਪੇ ਦੀ ਪੜਚੋਲ ਨਹੀਂ ਕਰ ਸਕਦੇ। ਹਰ ਇੱਕ ਮਾਈ ਭਾਈ ਵਾਸਤੇ ਜ਼ਰੂਰੀ ਹੈ ਕੁਝ ਸਮਾਂ ਅੰਮ੍ਰਿਤ ਵੇਲੇ ਇਕਾਂਤ ਵਿੱਚ ਸਿਮਰਨ ਸਾਧਨਾ ਵਿੱਚ ਬੈਠਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਾਡੇ ਲਈ ਪੂਰਨੇ ਪਾ ਰਹੇ ਨੇ। ਮਹਾਰਾਜ ਜੀ ਆਪ ਇਕਾਂਤ ਵਿੱਚ ਜਾ ਕੇ ਬਾਹਰ ਬਨ ਵਿੱਚ ਕੁਝ ਸਮੇਂ ਲਈ ਬੈਠਦੇ ਹਨ। ਦੋਹਰਾ ਰਜਨੀ ਰਹੇ ਨਿਕੇਤ ਮੈਂ, ਬਾਸੁਰ ਮੈਂ ਉਦਿਆਨ। ਰਾਤ ਨੂੰ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘਰ ਰਹਿੰਦੇ ਐ। ਦਿਨ ਦੇ ਸਮੇਂ ਗਰੀਬ ਨਵਾਜ ਜੀ ਬਾਹਰ ਬਨ ਵਿੱਚ ਉਦਿਆਨ ਵਿੱਚ ਨਨਕਾਣਾ ਸਾਹਿਬ ਦੇ ਬਾਹਰ ਜੋ ਇਕਾਂਤ ਹੈ, ਜਿੱਥੇ ਖਾਲੀ ਖੇਤ ਨੇ ਜੰਗਲ ਨੇ, ਉੱਥੇ ਮਹਾਰਾਜ ਜੀ ਦਿਨ ਬਤੀਤ ਕਰਦੇ ਹਨ। ਦਿਵਸ ਬਿਤਾਏ ਤੈ ਕਛੂ, ਸ਼੍ਰੀ ਨਾਨਕ ਗੁਣ ਖਾਨ। ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਕੁਝ ਦਿਨ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਰਾਏ ਭੋਏ ਦੀ ਤਲਵੰਡੀ ਵਿਖੇ ਬਤੀਤ ਕੀਤੇ ਹਨ। ਚੌਪਈ ਕਬੇ ਬੁਲਾਵੇ ਰਾਏ ਬੁਲਾਰੂ, ਕਦੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਾਏ ਬੁਲਾਰ ਜੀ ਬੇਨਤੀ ਕਰਕੇ ਆਪਣੇ ਕੋਲ ਬੁਲਾਉਂਦੇ ਹਨ। ਦਰਸ਼ਨ ਬਦਨ ਬਿਲੋਕਤ ਚਾਰੂ, ਮਨ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨ ਦੀ, ਗੁਰਦੇਵ ਦੇ ਬਚਨ ਸੁਣਨ ਦੀ ਬੜੀ ਭਾਰੀ ਇੱਛਾ ਰਾਏ ਬੁਲਾਰ ਜੀ ਦੇ ਹਿਰਦੇ ਵਿੱਚ ਹੁੰਦੀ ਹੈ। ਸਤਿਗੁਰੂ ਜੀ ਨੂੰ ਬੁਲਾ ਕੇ ਮਹਾਰਾਜ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦੇ ਹਨ। ਭੋਜਨ ਦਿਜ ਤੇ ਰੁਚਿਰ ਕਰਾਵੇ, ਰਾਏ ਬੁਲਾਰ ਜੀ ਆਪਣੇ ਘਰ ਇੱਕ ਬ੍ਰਾਹਮਣ ਲਾਂਗਰੀ ਰੱਖਿਆ ਹੋਇਆ, ਉਹਦੇ ਕੋਲੋਂ ਭੋਜਨ ਤਿਆਰ ਕਰਵਾਉਂਦੇ ਹਨ। ਪੁਨ ਪੁਨ ਬਿਨੈ ਪਨੇ ਅਚਵਾਵੇ, ਬਾਰ-ਬਾਰ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਮਹਾਰਾਜ ਜੀ ਨੂੰ ਭੋਜਨ ਛਕਾਉਂਦੇ ਹਨ। ਪ੍ਰੇਮ ਬਿਲੋਕ ਰਾਏ ਕੋ ਪੂਰਾ, ਰਾਏ ਬੁਲਾਰ ਜੀ ਦੇ ਮਨ ਦਾ ਪ੍ਰੇਮ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਵੇਖਦੇ ਹਨ।
ਰਾਏ ਜੀ ਦੇ ਅੰਦਰ ਦੀ ਭਾਵਨਾ ਤੇ ਪ੍ਰੇਮ ਤੱਕਦੇ ਹਨ। ਨੈ ਸ਼ਰਦਾ ਤੇ ਜੈ ਉਰ ਊਰਾ। ਸਤਿਗੁਰੂ ਜੀ ਵੇਖਦੇ ਆ ਕਿ ਰਾਏ ਬੁਲਾਰ ਦੇ ਹਿਰਦਾ ਜਿਹੜਾ ਉਹ ਸ਼ਰਧਾ ਤੋਂ ਊਣਾ ਨਹੀਂ ਹੈ। ਰਾਏ ਬੁਲਾਰ ਜੀ ਦਾ ਹਿਰਦਾ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਭਾਵਨਾ ਨਾਲ ਭਰਿਆ ਹੋਇਆ ਹੈ। ਸ੍ਰੀ ਗੁਰ ਬਚਨ ਬੋਰੇ ਨਾਈ। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਏ ਬੁਲਾਰ ਦਾ ਕੋਈ ਵੀ ਬਚਨ ਨਹੀਂ ਮੋੜਦੇ। ਰਾਏ ਬੁਲਾਰ ਜੀ ਜਦੋਂ ਜਿਵੇਂ ਵੀ ਬੇਨਤੀ ਕਰਦੇ ਹਨ, ਸਤਿਗੁਰੂ ਜੀ ਰਾਏ ਬੁਲਾਰ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹਨ। ਜਬੇ ਬੁਲਾਏ ਨਿਕਟ ਤਵ ਜਾਈ। ਜਦੋਂ ਵੀ ਰਾਏ ਜੀ ਸੱਦਾ ਭੇਜਦੇ ਐ, ਸਤਿਗੁਰੂ ਜੀ ਝੱਟ ਰਾਏ ਬੁਲਾਰ ਜੀ ਦੇ ਘਰ ਚਲੇ ਜਾਂਦੇ। ਜਦੋਂ ਰਾਏ ਬੁਲਾਰ ਦੇ ਮਨ 'ਚ ਭਾਵਨਾ ਹੁੰਦੀ ਕਿ ਮੈਂ ਸਤਿਗੁਰਾਂ ਨੂੰ ਬੁਲਾਵਾਂ, ਮਹਾਰਾਜ ਜੀ ਨੂੰ ਕੋਲ ਬਿਠਾ ਕੇ ਭੋਜਨ ਛਕਾਵਾਂ, ਉਦੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੁਲਾਵਾ ਭੇਜ ਦਿੰਦੇ ਤੇ ਰਾਏ ਬੁਲਾਰ ਦੇ ਪ੍ਰੇਮ ਦੇ ਵਸੀਕਾਰ ਹੋਏ ਸਤਿਗੁਰੂ ਜੀ ਪਹੁੰਚਦੇ ਹਨ। ਲੇਵਨ ਹੇਤ ਗਿਆਨ ਉਪਦੇਸ਼ਾ। ਸਤਿਗੁਰੂ ਜੀ ਦੇ ਪਾਸੋਂ ਰਾਏ ਬੁਲਾਰ ਜੀ ਗਿਆਨਮਈ ਉਪਦੇਸ਼ ਲੈਣਾ ਚਾਹੁੰਦੇ ਹਨ। ਔਰ ਅਬਿਲਾਕਾ ਅਧਿਕ ਨਰੇਸ਼ਾ। ਮਨ ਵਿੱਚ ਬੜੀ ਵੱਡੀ ਭਾਰੀ ਅਬਿਲਾਖਾ ਹੈ ਕਿ ਇੱਕ ਦਿਨ ਸਤਿਗੁਰੂ ਜੀ ਨੂੰ ਕੋਲ ਬਿਠਾ ਕੇ ਮਹਾਰਾਜ ਜੀ ਕੋਲੋਂ ਗਿਆਨ ਸੰਪੰਨ ਉਪਦੇਸ਼ ਪ੍ਰਾਪਤ ਕਰਾਂ। ਵਿਵਿਧ ਪਾਤ ਕੀ ਕਰੇ ਸੋ ਸੇਵਾ। ਵਿਵਿਧ ਪ੍ਰਕਾਰ ਨਾਲ ਰਾਏ ਬੁਲਾਰ ਜੀ ਸਤਿਗੁਰੂ ਜੀ ਦੀ ਸੇਵਾ ਕਰਦੇ ਹਨ। ਨਿਸ ਦਿਨ ਧਿਆਨ ਤਰੇ ਗੁਰ ਦੇਵਾ। ਰਾਤ ਦਿਨ ਸਤਿਗੁਰਾਂ ਦਾ ਧਿਆਨ ਧਾਰਦੇ ਨੇ ਰਾਏ ਬੁਲਾਰ ਜੀ। ਅੱਠੇ ਪੈਰ ਸਤਿਗੁਰੂ ਜੀ ਦਾ ਧਿਆਨ ਆਪਣੇ ਹਿਰਦੇ 'ਚ ਵਸਾਉਂਦੇ ਹਨ। ਆਯੋ ਬ੍ਰਿਧ ਜੈ ਜੀਵਨ ਥੋਰਾ। ਰਾਏ ਬੁਲਾਰ ਜੀ ਦੀ ਉਮਰ ਵਡੇਰੀ ਹੋ ਗਈ ਹੈ ਤੇ ਸਮਾਂ ਜ਼ਿੰਦਗੀ ਦਾ ਨੇੜੇ ਪੁੱਜ ਰਿਹਾ ਹੈ। ਜਿਹੜੀ ਅਵਧੀ ਪਾਰ ਬ੍ਰਹਮ ਪਰਮੇਸ਼ਰ ਨੇ ਦਿੱਤੀ ਹੈ, ਉਹ ਸਵਾਸਾਂ ਦੀ ਪੂੰਜੀ ਰਾਏ ਬੁਲਾਰ ਜੀ ਦੀ ਥੋੜੀ ਰਹਿ ਗਈ ਹੈ। ਬਿਰਧ ਅਵਸਥਾ ਵਿੱਚ ਆ ਗਏ ਹਨ। ਚਹਿਤ ਕੇ ਸਫਲ ਜਨਮ ਹੋਏ ਮੋਰਾ। ਰਾਏ ਬੁਲਾਰ ਜੀ ਚਾਹੁੰਦੇ ਆ ਕਿ ਮੇਰਾ ਇਹ ਜਨਮ ਸਫਲ ਹੋ ਜਾਏ, ਮੇਰਾ ਇਹ ਜੀਵਨ ਸਕਾਰਥਾ ਹੋ ਜਾਵੇ। ਅਸ਼ਟ ਜਾਮ ਮਨ ਮੈਂ ਲੇਵ ਲਾਗੀ। ਅੱਠੇ ਪੈਰ ਨਿਰੰਤਰ ਇੱਕ ਰਸ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਰਾਏ ਬੁਲਾਰ ਜੀ ਦੇ ਅੰਦਰ ਲਿਵ ਲੱਗੀ ਹੋਈ ਹੈ। ਸ੍ਰੀ ਗੁਰੂ ਚਰਨ ਕਮਲ ਅਨੁਰਾਗੀ। ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਅਨੁਰਾਗ, ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਪ੍ਰੇਮ ਹਿਰਦੇ 'ਚ ਵਸਿਆ ਹੋਇਆ ਹੈ। ਇੱਕ ਬਾਸੁਰ ਨਰ ਪਟ ਅਵਨੀਪਾ। ਇੱਕ ਦਿਨ ਦਾ ਬਚਨ ਹੈ ਕਿ ਰਾਏ ਬੁਲਾਰ ਜੀ ਨੇ ਆਪਣਾ ਇੱਕ ਸੇਵਕ ਭੇਜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਕੋਲ ਬੁਲਾਇਆ। ਕਮਲ ਬਦਨ ਬੁਲਵਾਏ ਸਮੀਪਾ। ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਰਾਏ ਬੁਲਾਰ ਜੀ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਆਪ ਜੀ ਕਿਰਪਾ ਕਰਕੇ ਰਾਏ ਬੁਲਾਰ ਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰੋ। ਸਵੈ ਕਰ ਬੰਦੇ ਬਿਨੇ ਬਖਾਨੀ। ਸਤਿਗੁਰੂ ਜੀ ਚੱਲ ਕੇ ਰਾਏ ਬੁਲਾਰ ਦੇ ਘਰ ਪਹੁੰਚੇ, ਦਰਸ਼ਨ ਦਿੱਤੇ। ਰਾਏ ਬੁਲਾਰ ਜੀ ਨੇ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ 'ਚ ਬੰਦਨਾ ਕੀਤੀ ਔਰ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ, ਦੀਨ ਦਿਆਲ ਦਾਸਨ ਗਤ ਦਾਨੀ। ਏ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਸਤਿਗੁਰੂ, ਏ ਮੁਕਤੀ ਦਾਤੇ ਗਰੀਬ ਨਵਾਜ ਸਤਿਗੁਰੂ ਜੀ, ਮਮ ਸਰੂਪ ਕੋ ਦਿਓ ਬੁਝਾਈ। ਮਹਾਰਾਜ ਜੀ ਕਿਰਪਾ ਕਰੋ, ਮੈਨੂੰ ਮੇਰਾ ਸਰੂਪ ਬੁਝਾ ਦਿਓ, ਜਣਾ ਦਿਓ ਮੇਰਾ ਸਰੂਪ ਕੀ ਹੈ। ਖਾਲਸਾ ਜੀ, ਜਨਮ ਸਾਖੀ ਦੀ ਇਸ ਕਥਾ ਤੋਂ ਬੜਾ ਸੁੰਦਰ ਸੰਕੇਤ ਮਿਲ ਰਿਹਾ ਹੈ। ਆਪਣੇ ਆਪੇ ਦੇ ਗਿਆਨ ਨੂੰ ਜਾਣਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ, ਉਹ ਰਾਏ ਬੁਲਾਰ ਜੀ ਨੇ ਕੀਤਾ। ਪਹਿਲਾਂ ਕੀ ਕੀਤਾ? ਸਤਿਗੁਰਾਂ ਦੀ ਸੇਵਾ ਕੀਤੀ ਹੈ। ਸੇਵਾ ਕਰਕੇ ਸਤਿਗੁਰਾਂ ਦਾ ਸਿਮਰਨ ਕੀਤਾ, ਰਾਤ ਦਿਨ ਮਹਾਰਾਜ ਜੀ ਦਾ ਧਿਆਨ ਧਾਰਿਆ। ਜਦੋਂ ਹਿਰਦਾ ਸ਼ੁੱਧ ਹੋ ਗਿਆ, ਮਨ ਇਕਾਗਰ ਹੋ ਗਿਆ, ਫਿਰ ਸਤਿਗੁਰੂ ਜੀ ਨੂੰ ਬੁਲਾ ਕੇ ਬੇਨਤੀ ਕਰਕੇ ਕਹਿ ਰਹੇ ਨੇ, ਮਹਾਰਾਜ ਮੈਨੂੰ ਮੇਰੇ ਸਰੂਪ ਦਾ ਗਿਆਨ ਬਖਸ਼ੋ, ਮੇਰਾ ਸਰੂਪ ਕੀ ਹੈ ਮੈਨੂੰ ਜਣਾ ਦਿਓ। ਅਸੀਂ ਖਾਲਸਾ ਜੀ ਇਹਨਾਂ ਪੜਾਵਾਂ ਵਿੱਚੋਂ ਨਹੀਂ ਲੰਘਦੇ। ਅਸੀਂ ਤਾਂ ਕਦੇ ਆਪਣੇ ਸਰੂਪ ਨੂੰ ਜਾਣਨ ਦੀ ਵੀ ਇੱਛਾ ਨਹੀਂ ਕੀਤੀ ਹੋਣੀ। ਸੇਵਾ, ਸਿਮਰਨ, ਫਿਰ ਅੱਗੇ ਸਾਧਨਾ,
ਸਾਧਨਾ ਤੋਂ ਬਾਅਦ ਫਿਰ ਆਪਣੇ ਆਪੇ ਦਾ ਗਿਆਨ। ਇਹ ਪੜਾਅ ਨੇ ਗੁਰੂ ਖਾਲਸਾ ਜੀ, ਇਹ ਪੌੜੀਆਂ ਨੇ ਬ੍ਰਹਮ ਗਿਆਨ ਤੱਕ ਪਹੁੰਚਣ ਦੀਆਂ। ਤੋ ਰਾਏ ਬੁਲਾਰ ਜੀ ਨੇ ਉਹ ਸਾਰੀਆਂ ਪੌੜੀਆਂ ਚੜ੍ਹੀਆਂ ਨੇ। ਪਹਿਲਾਂ ਜਦੋਂ ਸਿਖਰ ਤੇ ਪਹੁੰਚੇ ਨੇ, ਉੱਥੇ ਜਾ ਕੇ ਬੇਨਤੀ ਕੀਤੀ ਆ ਸਤਿਗੁਰਾਂ ਦੇ ਚਰਨਾਂ ਵਿੱਚ। ਕਿੰਨੇ ਵਰਿਆਂ ਦੀ ਬੰਦਗੀ ਆ ਰਾਏ ਬੁਲਾਰ ਜੀ ਦੀ, ਤੇ ਹੁਣ ਬੇਨਤੀ ਕਰਕੇ ਕਹਿ ਰਹੇ ਨੇ ਗਰੀਬ ਨਵਾਜ, ਕਿਰਪਾ ਕਰੋ ਮੈਨੂੰ ਮੇਰੇ ਆਪੇ ਦੀ ਸੋਝੀ ਬਖਸ਼ੋ, ਕਿਰਪਾ ਕਰਕੇ ਮੈਨੂੰ ਮੇਰਾ ਸਰੂਪ ਜਣਾ ਦਿਓ। ਭੂਲ ਰਿਓ ਜੈ ਸੁਧ ਨੇ ਕਾਈ, ਮੈਨੂੰ ਮੇਰਾ ਸਰੂਪ ਭੁੱਲਿਆ ਹੋਇਆ ਜਿਸ ਦੀ ਮੈਨੂੰ ਕੋਈ ਸੋਝੀ ਨਹੀਂ ਹੈ, ਮੈਨੂੰ ਮੇਰੇ ਸਰੂਪ ਦਾ ਕੋਈ ਗਿਆਨ ਨਹੀਂ ਹੈ। ਉਹ ਮੈਂ ਹੋ ਕਛ ਜਾਏ ਨਾ ਜਾਣਾ। ਮਹਾਰਾਜ ਜੀ ਮੈਂ ਕੌਣ ਹਾਂ, ਮੇਰਾ ਸਰੂਪ ਕੀ ਹੈ ਮੈਨੂੰ ਨਹੀਂ ਪਤਾ, ਮੈਂ ਕੁਝ ਨਹੀਂ ਜਾਣ ਰਿਹਾ, ਮੇਰਾ ਸਰੂਪ ਕੀ ਹੈ। ਵੱਡਿਓ ਵਿਸ਼ੇਕ ਹਿਰਦੇ ਅਗਿਆਨਾ, ਮੇਰੇ ਅੰਦਰ ਵਿਸ਼ੇਸ਼ ਕਰਕੇ ਅਗਿਆਨ ਹੀ ਅਗਿਆਨ ਹੈ। ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਦਾ ਮੈਨੂੰ ਕੁਝ ਨਹੀਂ ਦਿਸਦਾ, ਮੈਨੂੰ ਮੇਰੇ ਸਰੂਪ ਦਾ ਕੋਈ ਗਿਆਨ ਨਹੀਂ, ਮੇਰੇ ਅੰਦਰ ਅਗਿਆਨ ਵਧਿਆ ਹੋਇਆ ਹੈ। ਸੁਮਤ ਕਹਿਤ ਤਮਸਾ ਅਗਿਆਨਾ। ਮਹਾਰਾਜ ਜੀ ਜਿਹੜੇ ਸਿਆਣੇ ਸੁਮਤਵਾਨ ਪੁਰਸ਼ ਨੇ ਉਹ ਕਹਿੰਦੇ ਨੇ ਕਿ ਜਿਹੜਾ ਅਗਿਆਨ ਹੈ ਉਹ ਹਨੇਰੇ ਵਰਗਾ ਹੁੰਦਾ। ਜਿਵੇਂ ਹਨੇਰੇ 'ਚ ਕੁਝ ਨਹੀਂ ਦਿਸਦਾ, ਏਦਾਂ ਅਗਿਆਨ ਵਿੱਚ ਕੁਝ ਵੀ ਨਜ਼ਰ ਨਹੀਂ ਆਉਂਦਾ। ਸੁਮਤਵਾਨ ਪੁਰਸ਼ ਅਗਿਆਨ ਨੂੰ ਹਨੇਰੇ ਦੇ ਸਮਾਨ ਦੱਸਦੇ ਹਨ। ਮੈਨੇ ਜਾਨੋ ਤਾਈ ਸਮਾਨਾ। ਪਰ ਮਹਾਰਾਜ ਜੀ ਮੈਂ ਅਗਿਆਨ ਨੂੰ ਹਨੇਰੇ ਵਰਗਾ ਨਹੀਂ ਸਮਝਦਾ। ਰਾਏ ਬੁਲਾਰ ਜੀ ਦਾ ਚਿੰਤਨ ਵੇਖੋ ਕਿਤਨਾ ਗਹਿਰਾ ਹੈ। ਕਹਿੰਦੇ ਮਹਾਰਾਜ ਮੈਂ ਅਗਿਆਨ ਨੂੰ ਹਨੇਰੇ ਵਰਗਾ ਨਹੀਂ ਸਮਝਦਾ। ਤਿਮਰ ਵਿਖੇ ਤਨ ਸੁਧ ਸਭ ਪਾਨੇ। ਮੈਂ ਅਗਿਆਨ ਨੂੰ ਹਨੇਰੇ ਤੋਂ ਵੀ ਵੱਧ ਡੂੰਘਾ ਕੁੱਪ ਸਮਝਦਾ, ਕਿਉਂਕਿ ਹਨੇਰੇ ਵਿੱਚ ਆਲੇ ਦੁਆਲੇ ਪਈਆਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ, ਪਰ ਆਪਣੇ ਸਰੀਰ ਦਾ ਗਿਆਨ ਤਾਂ ਹੁੰਦਾ ਨਾ। ਹਨੇਰੇ 'ਚ ਆਪਣੇ ਆਪ ਦਾ ਗਿਆਨ ਤਾਂ ਹੁੰਦਾ ਨਾ, ਵੀ ਆਹ ਮੇਰਾ ਸਰੀਰ ਹੈ, ਆਹ ਮੇਰੇ ਹੱਥ ਨੇ, ਆਹ ਮੇਰਾ ਪੈਰ ਹੈ, ਆਹ ਅੱਖਾਂ ਨੇ। ਹਨੇਰੇ 'ਚ ਆਪਣੇ ਸਰੀਰ ਦਾ ਗਿਆਨ ਤਾਂ ਰਹਿੰਦਾ ਨਾ। ਆਲੇ ਦੁਆਲੇ ਜਿਹੜੀਆਂ ਚੀਜ਼ਾਂ ਪਈਆਂ ਉਹ ਜ਼ਰੂਰ ਨਹੀਂ ਦਿਸਦੀਆਂ, ਪਰ ਜਿਹੜਾ ਸਾਡਾ ਸਰੀਰ ਹੈ ਉਹਦਾ ਗਿਆਨ ਤਾਂ ਹੁੰਦਾ ਨਾ ਹਨੇਰੇ ਵਿੱਚ। ਅਨੰਤ ਪਦਾਰਥ ਜਾਏ ਨਾ ਜਾਣੇ। ਬਾਕੀ ਜਿਹੜੇ ਹੋਰ ਪਦਾਰਥ ਉੱਥੇ ਪਏ ਹੁੰਦੇ ਨੇ ਹਨੇਰੇ ਵਿੱਚ, ਉਹ ਨਹੀਂ ਜਾਣੇ ਜਾਂਦੇ, ਉਹ ਨਜ਼ਰ ਨਹੀਂ ਆਉਂਦੇ। ਸੁਧ ਅਗਿਆਨੀ ਸਰਬ ਗਵਾਈ। ਪਰ ਮਹਾਰਾਜ ਜਿਹੜਾ ਅਗਿਆਨ ਆ ਉਹ ਤਾਂ ਹਨੇਰੇ ਨਾਲੋਂ ਵੀ ਖਤਰਨਾਕ ਹੈ, ਕਿਉਂਕਿ ਅਗਿਆਨ ਵਿੱਚ ਆਲੇ ਦੁਆਲੇ ਕੀ ਆ ਉਹ ਤਾਂ ਕੀ ਦਿਸਣਾ। ਅਗਿਆਨ 'ਚ ਆਪਣਾ ਆਪ ਵੀ ਪਤਾ ਨਹੀਂ ਲੱਗਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜਿਹੜਾ ਅਗਿਆਨ ਆ ਉਹਦੇ ਵਿੱਚ ਤਾਂ ਆਪਣੇ ਆਪ ਦਾ ਵੀ ਗਿਆਨ ਨਹੀਂ ਹੈ। ਲੋਕ ਕਹਿੰਦੇ ਨੇ ਕਿ ਅਗਿਆਨ ਹਨੇਰੇ ਵਰਗਾ, ਪਰ ਮਹਾਰਾਜ ਹਨੇਰਾ ਜਿਹੜਾ ਉਹਦੇ ਵਿੱਚ ਆਪਣੇ ਸਰੀਰ ਦਾ ਤਾਂ ਗਿਆਨ ਹੁੰਦਾ, ਪਰ ਅਗਿਆਨ ਵਿੱਚ ਤਾਂ ਆਪਣੇ ਆਪ ਦਾ ਵੀ ਪਤਾ ਹੀ ਨਹੀਂ ਹੁੰਦਾ ਵੀ ਮੈਂ ਕੀ ਹਾਂ, ਮੇਰਾ ਸਰੂਪ ਕੀ ਹੈ। ਮਹਾਰਾਜ ਜਿਹੜਾ ਅਗਿਆਨ ਹੈ ਉਹ ਹਨੇਰੇ ਨਾਲੋਂ ਵੀ ਵੱਧ ਕੁੱਪ ਹੈ, ਉਹ ਹਨੇਰੇ ਨਾਲੋਂ ਵੀ ਵੱਧ ਖਤਰਨਾਕ ਹੈ। ਆਪਣੋ ਆਪ ਨ ਜਾਣਿਓ ਜਾਈ। ਕਿਉਂਕਿ ਅਗਿਆਨਤਾ ਦੇ ਵਿੱਚ ਮਨੁੱਖ ਆਪਣਾ ਆਪ ਨਹੀਂ ਜਾਣ ਸਕਦਾ। ਅਗਿਆਨ ਵਿੱਚ ਮਨੁੱਖ ਨੂੰ ਆਪਣੇ ਆਪ ਦਾ ਨਹੀਂ ਪਤਾ ਹੁੰਦਾ। ਜਾਂ ਤੇ ਤਮ ਜੋ ਸਾਹਮਣੇ ਤਾਂ ਕੇ। ਇਸ ਕਰਕੇ ਜਿਹੜਾ ਹਨੇਰਾ ਅਗਿਆਨ ਉਹਦੇ ਵਰਗਾ ਨਹੀਂ ਹੈ, ਹਨੇਰੇ ਵਰਗਾ ਅਗਿਆਨ ਨਹੀਂ ਹੈ। ਅਗਿਆਨ ਹਨੇਰੇ ਨਾਲੋਂ ਵੀ ਵੱਧ ਕੁੱਪ ਹੈ। ਸਰਬ ਜੀਵ ਦੁਖੀਆ ਬਸ ਜਾਂ ਕੇ। ਕਿਉਂਕਿ ਅਗਿਆਨ ਦੇ ਵਸ ਪਏ ਜੀਵ ਦੁਖੀ ਨੇ। ਜਿਹੜੇ ਜੀਵ ਅਗਿਆਨਤਾ ਵਿੱਚ ਨੇ ਉਹ ਦੁਖੀ ਹੁੰਦੇ ਆ, ਜਿਹੜਾ ਗਿਆਨਵਾਨ ਹੈ ਉਹ ਸੁਖੀ ਹੋ ਜਾਂਦਾ। ਜਿਤਨੇ ਦੁੱਖ ਨੇ ਉਹ ਗੁਰੂ ਖਾਲਸਾ ਜੀ ਅਗਿਆਨਤਾ ਕਰਕੇ ਹਨ। ਜਦੋਂ ਅਗਿਆਨਤਾ ਬਿਨਸ ਜਾਏ ਤੇ ਦੁੱਖ ਵੀ ਦੂਰ ਹੋ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਬਾਣੀ ਦੇ ਮਹਾਵਾਕ ਹਨ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਕੋਈ ਪੁੱਛੇ ਕਿ ਦੁੱਖਾਂ ਤੇ ਰੋਗਾਂ ਦਾ ਡੇਰਾ ਕਿਹੜਾ ਹੈ, ਜਿੱਥੇ ਡੇਰਾ ਕਰੀ ਬੈਠੇ ਨੇ। ਆਪਾਂ ਪੰਜਾਬ ਵਿੱਚ ਜਿੱਥੇ ਕੁਝ ਬੰਦੇ ਰਹਿੰਦੇ ਹੋਣ ਇਕੱਠੇ ਹੋ ਕੇ ਉਹਨੂੰ ਕਹਿ ਦਿੰਦੇ ਆ ਡੇਰਾ। ਕਿਸੇ ਨੇ ਖੇਤ ਦੇ ਵਿੱਚ ਆਪਣਾ
ਘਰ ਬਣਾਇਆ ਹੋਵੇ ਉਹਨੂੰ ਵੀ ਕਹਿ ਦਿੰਦੇ ਆ ਡੇਰਾ, ਆਮ ਕਰਕੇ ਕੋਈ ਢਾਣੀ ਕਹਿ ਦਿੰਦਾ ਹੈ। ਕਿਸੇ ਸਾਧ ਨੇ ਕੋਈ ਆਪਣੀ ਜਗ੍ਹਾ ਬਣਾਈ ਉਹਨੂੰ ਵੀ ਡੇਰਾ ਕਹਿ ਦਿੰਦੇ ਆ। ਮਹਾਰਾਜ ਜੀ ਕਹਿੰਦੇ ਆ ਜਿਹੜਾ ਦੁੱਖਾਂ ਤੇ ਰੋਗਾਂ ਦਾ ਡੇਰਾ ਹੈ ਇਹ ਕਿਹੜਾ ਹੈ ਜਿਹੜਾ ਭੰਨਿਆ ਜਾਂਦਾ ਹੈ? ਦੁੱਖਾਂ ਤੇ ਰੋਗਾਂ ਦਾ ਡੇਰਾ ਹੈ ਅਗਿਆਨ, ਅਵਿਦਿਆ। ਜਿੱਥੇ ਅਵਿਦਿਆ ਤੇ ਅਗਿਆਨ ਹੈ ਉੱਥੇ ਹੀ ਦੁੱਖ ਤੇ ਰੋਗ ਹਨ। ਜਿੱਥੇ ਗਿਆਨ ਹੋ ਜੇ ਉੱਥੇ ਦੁੱਖ ਰੋਗ ਚਲੇ ਜਾਂਦੇ ਆ। ਤੋ ਮਹਾਰਾਜ ਜੀ ਨੂੰ ਭਰਾਏ ਬੁਲਾਰ ਜੀ ਬੇਨਤੀ ਕਰਕੇ ਕਹਿ ਰਹੇ ਨੇ, ਮਹਾਰਾਜ ਜੀ ਅਗਿਆਨ ਕਰਕੇ ਹੀ ਸਾਰੇ ਜੀਵ ਦੁਖੀ ਹਨ। ਸਰਬ ਜੀਵ ਦੁਖੀਆ ਬਸ ਜਾ ਕੇ। ਇਹ ਜਿਹੜਾ ਅਗਿਆਨ ਹੈ, ਅਗਿਆਨ ਦੇ ਵਸ ਹੋ ਕੇ ਸਾਰੇ ਜੀਵ ਦੁਖੀ ਹਨ। ਉਪਦੇਸ਼ਕ ਪ੍ਰਭ ਤੋਏ ਸਮਾਨਾ। ਮਹਾਰਾਜ ਜੀ ਜੇ ਤੁਹਾਡੇ ਵਰਗਾ ਉਪਦੇਸ਼ਕ ਹੋਵੇ, ਤੁਹਾਡੇ ਵਰਗਾ ਤੁਹਾਡੇ ਸਮਾਨ ਕੋਈ ਉਪਦੇਸ਼ ਦੇਣ ਵਾਲਾ ਹੋਵੇ, ਅਵਨੀ ਵਿਖੇ ਨ ਜਾਨੋ ਆਨਾ। ਮਹਾਰਾਜ ਜੀ ਮੈਨੂੰ ਤੁਹਾਡੇ ਬਿਨਾ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਜਿਹੜਾ ਤੁਹਾਡੇ ਵਰਗਾ ਉਪਦੇਸ਼ਕ ਹੋਵੇ, ਉਪਦੇਸ਼ ਦੇਣ ਵਾਲਾ। ਇਸ ਪੂਰੀ ਧਰਤੀ ਤੇ ਮਹਾਰਾਜ ਮੈਨੂੰ ਤੁਹਾਡੇ ਵਰਗਾ ਉਪਦੇਸ਼ ਦੇਣ ਵਾਲਾ ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਕਿਰਪਾ ਸਿੰਧ ਕਰੁਣਾ ਅਬ ਕੀਜੈ। ਹੇ ਕਿਰਪਾ ਦੇ ਸਮੁੰਦਰ ਸਤਿਗੁਰੂ ਜੀ, ਆਪ ਜੀ ਮੇਰੇ ਤੇ ਕਿਰਪਾ ਕਰੋ, ਦਇਆ ਕਰੋ। ਮਮ ਸਰੂਪ ਸਮਝਾਏ ਸੋ ਦੀਜੈ। ਕਿਰਪਾ ਕਰਕੇ ਮੈਨੂੰ ਮੇਰਾ ਸਰੂਪ ਬੁਝਾਓ, ਮੈਨੂੰ ਮੇਰੇ ਸਰੂਪ ਦੀ ਸੋਝੀ ਪ੍ਰਦਾਨ ਕਰੋ। ਤੁਮ ਕਰੁਣਾ ਤੇ ਮੁਝ ਜਗਿਆਸਾ। ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਹੀ ਮੇਰੇ ਅੰਦਰ ਜਗਿਆਸਾ ਜਾਗੀ ਹੈ, ਤੁਹਾਡੀ ਦਇਆ ਨਾਲ ਮੇਰੇ ਅੰਦਰ ਜਗਿਆਸਾ ਜਾਗੀ ਹੈ। ਵਧੀ ਹਿਰਦੇ ਮੈਂ ਅਧਿਕ ਪਿਆਸਾ। ਮੇਰੇ ਅੰਦਰ ਅਧਿਕ ਪਿਆਸ ਵਧੀ ਆ ਆਪਣੇ ਆਪੇ ਨੂੰ ਜਾਣਨ ਦੀ। ਮੇਰਾ ਸਰੂਪ ਕੀ ਹੈ, ਕਿੱਥੋਂ ਉਪਜੇ ਕਹਿ ਰਹੇ ਕਹਿ ਮਾਹੇ ਸਮਾਵੈ। ਮਹਾਰਾਜ ਮੇਰਾ ਸਰੂਪ ਕੀ ਹੈ, ਮੇਰਾ ਨਿਜ ਵਜੂਦ ਕੀ ਹੈ, ਉਹ ਆਪ ਜੀ ਕਿਰਪਾ ਕਰਕੇ ਜਣਾ ਦਿਓ। ਮੇਰੇ ਅੰਦਰ ਜਾਣਨ ਦੀ ਪਿਆਸ ਹੈ। ਲਖ ਅਧਿਕਾਰ ਗਿਆਨ ਕੋ ਦਾਨਾ। ਇਹ ਗਰੀਬ ਨਵਾਜ ਮੈਨੂੰ ਅਧਿਕਾਰੀ ਜਾਣ ਕੇ ਆਪ ਜੀ ਕਿਰਪਾ ਕਰਕੇ ਗਿਆਨ ਬਖਸ਼ੋ। ਜੇ ਮੈਂ ਗਿਆਨ ਦਾ ਅਧਿਕਾਰੀ ਹਾਂ ਤਾਂ ਆਪ ਜੀ ਦਇਆ ਕਰਕੇ ਮੈਨੂੰ ਗਿਆਨ ਦਾ ਉਪਦੇਸ਼ ਬਖਸ਼ੋ। ਦੇ ਕਰ ਕਰੋ ਮੋਰ ਕਲਿਆਣਾ। ਮਹਾਰਾਜ ਜੀ ਮੈਨੂੰ ਗਿਆਨ ਦੇ ਕੇ ਆਪ ਜੀ ਮੇਰੀ ਕਲਿਆਣ ਕਰੋ। ਜੇ ਮੈਂ ਗਿਆਨ ਦਾ ਅਧਿਕਾਰੀ ਹਾਂ ਤਾਂ ਮੈਨੂੰ ਗਿਆਨ ਬਖਸ਼ੋ। ਖਾਲਸਾ ਜੀ, ਕਰਮ, ਉਪਾਸ਼ਨਾ ਔਰ ਗਿਆਨ ਇਹ ਤਿੰਨ ਚੀਜ਼ਾਂ ਹਨ। ਸਤਿਗੁਰੂ ਜੀ ਵੇਖਦੇ ਨੇ ਆਪਣੇ ਸੇਵਕ ਨੂੰ ਕਿ ਇਹ ਕਰਮ ਦਾ ਉਪਦੇਸ਼, ਇਹ ਕਰਮ ਦਾ ਅਧਿਕਾਰੀ ਆ ਤਾਂ ਕਰਮ ਕਰਨ ਦਾ ਉਪਦੇਸ਼ ਦਿੰਦੇ ਆ। ਜਿਹੜੇ ਅੰਦਰ ਵਿਕਸ਼ੇਪ ਹੈ ਤੇ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਾਸ਼ਨਾ ਕਾਂਡ ਦਾ ਉਪਦੇਸ਼ ਦਿੰਦੇ ਹੈ। ਤੇ ਜਿਹਦੇ ਅੰਦਰ ਕੇਵਲ ਅਗਿਆਨ ਤੇ ਅਵਰਣ ਦਾ ਪਰਦਾ ਰਹਿ ਜਾਂਦਾ ਹੈ ਉਹਨੂੰ ਗਰੀਬ ਨਵਾਜ ਸਤਿਗੁਰੂ ਜੀ ਗਿਆਨ ਦਾ ਉਪਦੇਸ਼ ਦਿੰਦੇ ਹੈ। ਸਾਡੇ ਮਨ ਵਿੱਚ ਤਿੰਨ ਬਿਰਤੀਆਂ ਨੇ, ਇੱਕ ਨੂੰ ਕਹਿੰਦੇ ਆ ਮਾਲ, ਦੂਸਰੀ ਨੂੰ ਕਹਿੰਦੇ ਆ ਵਿਕਸ਼ੇਪ, ਤੀਸਰੀ ਬਿਰਤੀ ਨੂੰ ਕਹਿੰਦੇ ਆ ਅਵਰਣ। ਮਾਲ, ਵਿਕਸ਼ੇਪ ਤੇ ਅਵਰਣ ਇਹ ਤਿੰਨ ਬਿਰਤੀਆਂ ਨੇ ਸਾਡੇ ਅੰਤਸ਼ਕਰਨ ਦੀਆਂ, ਮਨ ਦੀਆਂ। ਗੌਰ ਨਾਲ ਸੁਣਿਓ, ਧਿਆਨ ਨਾਲ ਸੁਣਿਓ। ਕੀ ਹੈ? ਮਲ ਹੈ ਸਾਡੇ ਕਈ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਕਰਮਾਂ ਦੀ। ਉਹ ਕਈ ਜਨਮਾਂ ਦੀ ਮੈਲ ਹੈ ਜਿਹੜੀ ਸਾਡੇ ਹਿਰਦੇ ਨੂੰ ਲੱਗੀ ਹੋਈ ਹੈ। ਜਿਹੜੀ ਉਹ ਮਾਲ ਹੈ ਉਹਦੀ ਨਿਰਵਿਰਤੀ ਹੁੰਦੀ ਆ ਕਰਮ ਕਾਂਡ ਨਾਲ। ਹੁਣ ਤੁਸੀਂ ਆਖੋਗੇ ਕਰਮ ਕਾਂਡ ਕੀ ਹੈ? ਕਰਮ ਕਾਂਡ ਜੋ ਸਤਿਗੁਰੂ ਜੀ ਨੇ ਹੁਕਮ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਗੁਰੂ ਕੇ ਲੰਗਰਾਂ 'ਚ ਸੇਵਾ ਕਰਨੀ, ਭਾਂਡੇ ਮਾਂਜਣੇ, ਜੋੜੇ ਝਾੜਨੇ, ਇਤਿਆਦਿਕ ਜਿਤਨੀਆਂ ਸੇਵਾਵਾਂ ਹਨ ਇਹ ਕਰਮ ਕਾਂਡ ਦਾ ਹਿੱਸਾ ਹਨ। ਬਾਣੀ ਪੜ੍ਹਨੀ, ਭਜਨ ਕਰਨਾ। ਫਿਰ ਦੂਸਰੀ ਬਿਰਤੀ ਆ ਜਿਹਨੂੰ ਕਹਿੰਦੇ ਆ ਵਿਕਸ਼ੇਪ, ਜਿਹੜੀ ਹੈ ਮਨ ਦੀ ਚੰਚਲਤਾਈ, ਵੀ ਮਨ ਟਿਕਦਾ ਨਹੀਂ ਹੈ, ਮਨ ਇੱਕ ਜਗ੍ਹਾ ਤੇ ਇਕਾਗਰ ਨਹੀਂ ਹੈ ਤੇ ਜਿਹੜਾ ਹਰ ਵੇਲੇ ਦਸਾਂ ਦਿਸ਼ਾਵਾਂ 'ਚ ਭਟਕਦਾ ਰਹਿੰਦਾ, ਇਹਨੂੰ ਮਨ ਦੀ ਵਿਕਸ਼ੇਪ ਬਿਰਤੀ ਕਹਿੰਦੇ ਆ, ਚੰਚਲਤਾਈ। ਕਬਹੂ ਜਿਹੜਾ ਊਬ ਚੜ੍ਹਦਾ ਕਬਹੂ ਜਾਏ ਪਿਆਲੇ। ਇਦਾਂ ਦੀ ਜਿਹੜੀ ਬਿਰਤੀ ਆ ਮਨ ਦੀ, ਇਹ ਵਿਕਸ਼ੇਪਤਾਈ ਦੀ ਹੈ। ਇਹਦੀ ਨਿਰਵਿਰਤੀ ਦੇ ਦੁਆਰਾ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਉਪਦੇਸ਼ ਉਪਾਸ਼ਨਾ ਕਾਂਡ ਦਾ, ਕਿ ਉਪਾਸ਼ਨਾ ਕਰੋ। ਉਪਾਸ਼ਨਾ ਕੀ ਹੈ?
ਨੇਤਰ ਮੁੰਦ ਕੇ ਕੁਝ ਸਮੇਂ ਲਈ ਸਾਧਨਾ ਕਰਨੀ, ਗੁਰਬਾਣੀ ਪੜ੍ਹਨੀ, ਸਤਿਗੁਰੂ ਜੀ ਦਾ ਧਿਆਨ ਹਿਰਦੇ 'ਚ ਧਾਰਨ ਕਰਨਾ, ਕਥਾ ਸੁਣਨੀ, ਕੀਰਤਨ ਸੁਣਨਾ, ਗੁਰਬਾਣੀ ਸੁਣਨੀ, ਇਹ ਉਪਾਸ਼ਨਾ ਹੈ। ਫਿਰ ਖਾਲਸਾ ਜੀ ਤੀਸਰਾ ਸਾਡੇ ਮਨ ਦੀ ਬਿਰਤੀ ਆ ਅਵਰਣ, ਜਿਹਨੂੰ ਕਹਿੰਦੇ ਆ ਪੜਦਾ। ਜਿਹੜਾ ਪੜਦਾ ਪਿਆ ਹੋਇਆ ਗਿਆਨ ਦਾ, ਉਹਦੀ ਨਿਵ੍ਰਿੱਤੀ ਹੁੰਦੀ ਆ ਗਿਆਨ ਦੇ ਉਪਦੇਸ਼ ਨਾਲ। ਉਹ ਗਿਆਨ ਕਾਂਡ ਦਾ ਉਪਦੇਸ਼ ਸਤਿਗੁਰੂ ਜੀ ਦਿੰਦੇ ਆ, ਸਾਨੂੰ ਹੁਕਮ ਕਰਦੇ ਆ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਹੜਾ ਸਤਿਗੁਰੂ ਜੀ ਸਾਨੂੰ ਨਿਜ ਸਰੂਪ ਦਾ ਗਿਆਨ ਦਿੰਦੇ ਆ, ਉਹ ਗਿਆਨ ਕਾਂਡ ਦਾ ਉਪਦੇਸ਼ ਹੈ। ਤੋ ਸਤਿਗੁਰੂ ਜੀ ਪਹਿਲਾ ਅਧਿਕਾਰੀ ਵੇਖਦੇ ਆ ਵੀ ਅਧਿਕਾਰੀ ਕਿਸ ਅਵਸਥਾ ਦਾ ਹੈ। ਜਿਹੜਾ ਜੈਸਾ ਅਧਿਕਾਰੀ ਹੁੰਦਾ ਉਹਨੂੰ ਵੈਸਾ ਉਪਦੇਸ਼ ਦਿੰਦੇ ਨੇ। ਰਾਏ ਬੁਲਾਰ ਜੀ ਕਹਿਣ ਲੱਗੇ, ਮਹਾਰਾਜ ਜੇ ਮੈਨੂੰ ਤੁਸੀਂ ਗਿਆਨ ਦਾ ਅਧਿਕਾਰੀ ਸਮਝਦੇ ਹੋ ਤੇ ਆਪ ਜੀ ਕਿਰਪਾ ਕਰਕੇ ਮੈਨੂੰ ਗਿਆਨ ਕਾਂਡ ਦਾ ਉਪਦੇਸ਼ ਦੇ ਕੇ ਕਿਰਤਾਰਥ ਕਰੋ। ਅਸ ਪ੍ਰਕਾਰ ਕੀ ਸੁਨ ਕਰ ਬਾਣੀ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਰਾਏ ਬੁਲਾਰ ਜੀ ਦੀ ਇਹ ਬੇਨਤੀ ਸੁਣੀ। ਬਿਨੈ ਦੀਨਤਾ ਮੈਂ ਜੋ ਸਾਨੀ। ਰਾਏ ਬੁਲਾਰ ਜੀ ਨੇ ਜੋ ਬੜੇ ਸਨਿਮਰ ਭਾਵ ਨਾਲ ਦੀਨ ਹੋ ਕੇ ਗੁਰਦੇਵ ਨੂੰ ਬੇਨਤੀ ਕੀਤੀ ਹੈ। ਦੇਨ ਗਿਆਨ ਕੀ ਮਤ ਤੇ ਤਾਈ। ਗਿਆਨ ਦੀ ਮਤ ਦੇਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਦਤ ਪਏ ਸ੍ਰੀ ਗੁਰ ਜਗ ਸਾਈ। ਉਦਤ ਹੋਏ, ਪ੍ਰਗਟ ਹੋਏ ਗਰੀਬ ਨਵਾਜ ਜਗਤ ਦੇ ਸਾਈਂ ਸਤਿਗੁਰੂ ਜੀ। ਦੋਹਰਾ ਸ੍ਰੀ ਗੁਰੂ ਪਗ ਸ਼ੋਭਾ ਬਿਮਲ। ਪਿੰਜਰ ਸਰ ਪਹਿਚਾਨ। ਮਾਂ ਕਵੀ ਜੀ ਸਤਿਗੁਰਾਂ ਦੇ ਚਰਨਾਂ ਦਾ ਮੰਗਲ ਕਰਦੇ ਆ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦੀ ਸੋਭਾ ਜੋ ਬਿਮਲ ਨਿਰਮਲ ਹੈ, ਉਹਨੂੰ ਮੈਂ ਪਿੰਜਰੇ ਸਮਾਨ ਬਣਾਉਣਾ। ਪਿੰਜਰ ਕਹਿੰਦੇ ਆ ਪਿੰਜਰੇ ਨੂੰ, ਉਹਨੂੰ ਪਿੰਜਰੇ ਦੇ ਸਮਾਨ ਬਣਾ ਕੇ ਮਨ ਖੰਜਨ ਤੈ ਪਾਏ ਕੈ ਕਹੋ ਕਥਾ ਗੁਣ ਖਾਨ। ਕਹਿੰਦੇ ਮੈਂ ਆਪਣੇ ਮਨ ਰੂਪੀ ਮਮੋਲੇ ਨੂੰ, ਮਮੋਲਾ ਨਾ ਇੱਕ ਪੰਛੀ ਹੁੰਦਾ, ਬੜਾ ਚੰਚਲ ਹੁੰਦਾ, ਤੇਜ਼ ਹੁੰਦਾ, ਮਮੋਲਾ ਪੰਛੀ। ਕਹਿੰਦਾ ਮਹਾਰਾਜ ਜੀ ਭਾਈ ਮਾਂ ਕਵੀ ਜੀ ਕਹਿੰਦੇ ਮੇਰਾ ਜਿਹੜਾ ਮਨ ਹੈ ਨਾ, ਇਹ ਮਮੋਲਾ ਪੰਛੀ ਆ, ਬੜਾ ਚੰਚਲ, ਟਿਕਦਾ ਨਹੀਂ ਜੇ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦੇ ਪਿੰਜਰੇ 'ਚ ਇਹਨੂੰ ਕੈਦ ਕਰਕੇ ਨਾ, ਮਨ ਰੂਪੀ ਮਮੋਲੇ ਨੂੰ, ਮੈਂ ਗੁਰੂ ਸਾਹਿਬ ਦੀ ਮੁਕਤੀ ਦੇਣ ਵਾਲੀ ਕਥਾ ਕਹਿੰਦਾ। ਯਾਨੀ ਕਿ ਮਨ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਫਿਰ ਮੈਂ ਸਤਿਗੁਰਾਂ ਦੀ ਕਥਾ ਕਹਿੰਦਾ ਹਾਂ। ਸੁਣੋ ਗੁਰੂ ਖਾਲਸਾ ਜੀ। ਸ੍ਰੀ ਬਾਲਾ ਸੰਧੂ ਆਚ ਚੌਪਈ ਸੁਨਤ ਬੇਨਤੀ ਕਰੀ ਜੋਰਾਉ। ਰਾਏ ਬੁਲਾਰ ਜੀ ਨੇ ਜੋ ਬੇਨਤੀ ਕੀਤੀ ਸਤਿਗੁਰਾਂ ਨੂੰ ਕਿ ਮਹਾਰਾਜ ਮੈਨੂੰ ਗਿਆਨ ਬਖਸ਼ੋ, ਸਤਿਗੁਰੂ ਜੀ ਨੇ ਸੁਣੀ। ਬੋਲੇ ਸ੍ਰੀ ਗੁਰ ਮ੍ਰਿਦਲ ਸੁਭਾਉ। ਮ੍ਰਿਦਲ ਸੁਭਾਅ, ਕੋਮਲ ਸੁਭਾਅ ਦੇ ਮਾਲਕ ਸਤਿਗੁਰੂ ਜੀ ਬੋਲੇ, ਓ ਭੂਪਤ ਤੁਮ ਆਪਨ ਹੰਤਾ। ਮਹਾਰਾਜ ਜੀ ਕਹਿੰਦੇ ਹੇ ਰਾਜਾ, ਹੇ ਰਾਏ ਜੀ, ਇਹ ਦੱਸੋ ਕਿ ਤੁਸੀਂ ਜਿਹੜੀ ਆਪਣੀ ਮਨ ਦੀ ਹੰਗਤਾ ਹੈ ਉਹ ਕਿਹਦੇ ਤੇ ਰੱਖੀ ਹੋਈ ਹੈ? ਤੁਸੀਂ ਆਪਣੀ ਹੰਤਾ ਕਿਸ ਤੇ ਮੰਨੀ ਹੋਈ ਹੈ? ਕਹਿ ਮੈਂ ਤਰੀ ਕਹੋ ਬਿਰਤੰਤਾ। ਦੱਸੋ ਜੀ ਤੁਸੀਂ ਆਪਣਾ ਸਾਰਾ ਬਿਰਤਾਂਤ ਕਿ ਤੁਸੀਂ ਆਪਣੀ ਹੰਗਤਾ ਕਿਸ ਤੇ ਰੱਖੀ ਹੋਈ ਹੈ? ਤੁਸੀਂ ਆਪਣਾ ਸਰੂਪ ਕੀ ਮੰਨਦੇ ਹੋ? ਇਹਨੇ ਆਖਿਆ ਨਾ ਮਹਾਰਾਜ ਮੈਨੂੰ ਮੇਰਾ ਸਰੂਪ ਜਣਾਓ। ਮਹਾਰਾਜ ਜੀ ਕਹਿੰਦੇ ਤੁਸੀਂ ਮੰਨਿਆ ਕੀ ਹੋਇਆ ਆਪਣਾ ਸਰੂਪ? ਤੁਸੀਂ ਆਪਣੀ ਹੰਗਤਾ ਕਿਹਦੇ ਤੇ ਰੱਖੀ ਹੋਈ ਹੈ? ਤੁਰਕ ਜਨਮ ਮਮ ਦੀਨ ਦਿਆਲਾ। ਰਾਏ ਬੁਲਾਰ ਜੀ ਅੱਗੋਂ ਬੋਲੇ, ਕਹਿਣ ਲੱਗੇ ਮਹਾਰਾਜ ਮੈਂ ਇਹ ਜਾਣਦਾ ਕਿ ਮੇਰਾ ਜਨਮ ਮੁਸਲਮਾਨਾਂ ਦੇ ਘਰੇ ਹੋਇਆ, ਤੁਰਕਾਂ ਦੇ। ਤੁਰਕ ਜਨਮ ਮਮ, ਤੁਰਕਾਂ ਦੇ ਘਰ ਮੇਰਾ ਜਨਮ ਹੋਇਆ। ਹੇ ਦੀਨ ਦਿਆਲ ਜੀ ਮੈਂ ਇਹ ਜਾਣਦਾ। ਆਰ ਬਲਾ ਬ੍ਰਿਧ ਮਮ ਸਿਤ ਬਾਲਾ। ਮੈਂ ਇਹ ਜਾਣ ਰਿਹਾ ਕਿ ਮੈਂ ਤੁਰਕਾਂ ਦੇ ਘਰੇ ਜੰਮਿਆ ਤੇ ਮੇਰੀ ਉਮਰ ਬਿਰਧ ਹੋ ਗਈ ਹੈ, ਕੇਸ ਮੇਰੇ ਚਿੱਟੇ ਹੋ ਗਏ ਨੇ। ਚਰਮ ਸਿਥਲ
ਮੈਂ ਨਿਰਬਲ ਹੋਇਓ। ਤੇ ਚਿੱਟੇ ਵਾਲਾਂ ਦੇ ਨਾਲ ਮੇਰੇ ਇਹ ਜਿਹੜੇ ਸਰੀਰ ਦਾ ਚਮੜਾ ਹੈ ਸਿਥਲ ਹੋ ਗਿਆ ਬੁਢੇਪੇ ਕਰਕੇ, ਇਹਦੇ ਤੇ ਝੁਰੜੀਆਂ ਪੈ ਗਈਆਂ ਨੇ, ਮਾਸ ਢਲਕ ਗਿਆ, ਮੈਂ ਨਿਰਬਲ ਹੋ ਗਿਆ। ਕੰਪਤ ਸਿਰ ਮੈਂ ਵਿਸ਼ਯਨ ਭੋਇਓ। ਮਹਾਰਾਜ ਸਿਰ ਕੰਬਦਾ ਬੁਢੇਪੇ ਵਿੱਚ, ਪੈਰ ਡਗਮਗਾਉਂਦੇ ਨੇ ਤੇ ਮਹਾਰਾਜ ਜੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਮੇਰਾ ਇਹ ਸਿਰ ਭੋਇਆ ਰਹਿੰਦਾ ਹੈ। ਮਮ ਬਨਿਤਾ ਮੇਰੇ ਸੁਤ ਨਾਤੀ। ਆ ਮੇਰੀ ਘਰ ਵਾਲੀ ਹੈ, ਆ ਮੇਰੇ ਪੁੱਤਰ ਨੇ, ਆ ਮੇਰੇ ਪੋਤਰੇ ਨੇ, ਆ ਮੇਰੇ ਦੋਤਰੇ ਦੋਤਰੀਆਂ ਨੇ, ਇਹ ਮੇਰਾ ਟੱਬਰ ਹੈ। ਮਮ ਸੋਦਰ ਇਹ ਮੇਰੇ ਗਿਆਤੀ। ਆ ਮੇਰੇ ਭਰਾ ਬੰਧੂ ਨੇ ਜਿਹੜੇ ਨੇੜੇ ਰਹਿੰਦੇ ਨੇ, ਆ ਮੇਰੇ ਰਿਸ਼ਤੇਦਾਰ ਸੰਬੰਧੀ ਹਨ। ਨਾਮ ਬੁਲਾਰ ਵਿਖੇ ਮਮ ਹੰਤਾ। ਮਹਾਰਾਜ ਮੇਰਾ ਨਾਮ ਰਾਏ ਬੁਲਾਰ ਹੈ, ਮੈਂ ਇਹ ਜਾਣਦਾ ਕਿ ਰਾਏ ਬੁਲਾਰ ਦਾ ਮੇਰਾ ਨਾਂ, ਇਹਦੇ ਵਿੱਚ ਮੇਰੀ ਹੰਗਤ ਹੈ। ਮੈਂ ਤਾਂ ਬਸ ਇਹੀ ਜਾਣਦਾ ਵੀ ਮੇਰਾ ਆਹ ਕੁਝ ਹੈ। ਸਾਡਾ ਵੀ ਤਾਂ ਇਹੀ ਸਰੂਪ ਅਸੀਂ ਮੰਨੀ ਬੈਠੇ ਆ ਨਾ, ਮੈਂ ਫਲਾਣਾ ਸਿਉ, ਫਲਾਣੀ ਬਰਾਦਰੀ ਵਿੱਚ ਜੰਮਿਆ, ਫਲਾਣਾ ਮੇਰਾ ਪਰਿਵਾਰ, ਅਮਕਾ ਮੇਰਾ ਰਿਸ਼ਤੇਦਾਰ ਸੰਬੰਧੀ, ਅਸੀਂ ਵੀ ਇਹੀ ਮੰਨੀ ਬੈਠੇ ਆ। ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਇਸ ਵਿੱਚ ਮੈਂ ਆਪਣੀ ਹੰਗਤਾ ਮੰਨੀ ਹੋਈ ਹੈ। ਸੰਬੰਧਨ ਮੈਂ ਲਖੋ ਇਦੰਤਾ। ਮੈਂ ਆਪਣੇ ਸੰਬੰਧੀਆਂ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਖਚਤਾ, ਇਹੀ ਮੈਂ ਆਪਣਾ ਆਪ ਮੰਨੀ ਬੈਠਾ। ਹੇ ਭੂਪਤ ਇਹ ਤਨ ਕੇ ਧਰਮਾ। ਮਹਾਰਾਜ ਜੀ ਕਹਿੰਦੇ ਰਾਏ ਬੁਲਾਰ, ਰਾਏ ਜੀ ਇਹ ਜੋ ਕੁਝ ਤੁਸੀਂ ਦੱਸਿਆ ਇਹ ਤਾਂ ਤੁਹਾਡੇ ਸਰੀਰ ਦਾ ਧਰਮ ਹੈ, ਇਹ ਤਾਂ ਤਨ ਦਾ ਧਰਮ ਹੈ ਕਿ ਮੁਸਲਮਾਨ ਸਰੀਰ ਤੁਸੀਂ ਕਹਿੰਦੇ ਤੁਰਕਾਂ ਦੇ ਘਰੇ ਜੰਮਿਆ, ਇਹ ਤਾਂ ਕੇਵਲ ਤੁਹਾਡੇ ਸਰੀਰ ਦਾ ਧਰਮ ਹੈ। ਆਪ ਆਰੋਪੇ ਪਾ ਉਰ ਪਰਮਾ। ਇਹ ਤੁਸੀਂ ਆਪਣੇ ਆਪ ਚ ਆਰੋਪੇ ਹੋਏ ਨੇ ਵੀ ਮੈਂ ਰਾਏ ਬੁਲਾਰਾਂ, ਮੈਂ ਮੁਸਲਮਾਨਾਂ ਦੇ ਘਰ ਜੰਮਿਆ ਜੀ, ਮੈਂ ਫਲਾਣੇ ਦਾ ਪੋਤਾ, ਫਲਾਣਾ ਮੇਰਾ ਰਿਸ਼ਤੇਦਾਰ ਹੈ। ਇਹ ਸਾਰੀ ਕਲਪਨਾ ਤੁਸੀਂ ਆਪਣੇ ਹਿਰਦੇ ਚ ਕੀ ਕਰਕੇ ਭਰਮ ਕੀਤਾ ਹੋਇਆ। ਜਨਮ ਮਰਨ ਦੁਖ ਤਨ ਕੇ ਮਾਈ। ਜਿਹੜਾ ਜੰਮਣਾ ਤੇ ਮਰਨਾ ਇਹ ਦੁੱਖ ਇਸ ਸਰੀਰ ਵਿੱਚ ਹੈ। ਇਹ ਤਨ ਜੰਮਦਾ, ਇਹੀ ਤਨ ਮਰਦਾ। ਬਾਲਕ ਤਰੁਣ ਬ੍ਰਿਧ ਤੂੰ ਨਾਈ। ਇਹ ਬਚਪਨ ਵਿੱਚ ਵੀ ਹੁੰਦਾ, ਇਹ ਜਵਾਨ ਵੀ ਹੁੰਦਾ, ਇਹ ਬੁੱਢਾ ਵੀ ਹੁੰਦਾ। ਪਰ ਰਾਏ ਬੁਲਾਰ ਜੀ ਜਿਹੜਾ ਤੁਹਾਡਾ ਸਰੂਪ ਹੈ ਉਹ ਨਾ ਬਚਪਨ ਵਿੱਚ ਹੈ, ਉਹ ਨਾ ਜਵਾਨ ਹੁੰਦਾ, ਉਹ ਨਾ ਬੁੱਢਾ ਹੁੰਦਾ। ਤੁਹਾਡੇ ਸਰੂਪ ਦਾ ਨਾ ਹੀ ਜਨਮ ਹੁੰਦਾ, ਨਾ ਹੀ ਉਹਦਾ ਮਰਨ ਹੁੰਦਾ। ਆ ਜਿਹੜਾ ਸਰੀਰ ਹੈ ਤਾਂ ਜੰਮਦਾ ਮਰਦਾ ਹੈ। ਤੁਸੀਂ ਤਾਂ ਇਸ ਸਰੀਰ ਤੋਂ ਪਹਿਲਾਂ ਵੀ ਸੀ, ਇਸ ਸਰੀਰ ਦੇ ਖਤਮ ਹੋਣ ਤੋਂ ਬਾਅਦ ਵੀ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਏ ਜੀ ਇਹ ਤਾਂ ਤੁਸੀਂ ਸਰੀਰ ਵਿੱਚ ਆਪਣਾ ਸਭ ਕੁਝ ਕਲਪਿਆ ਹੋਇਆ ਹੈ। ਖਾਕ ਬਾਦ ਆਤਿਸ਼ੈ ਆਬ ਨਬ। ਪੰਜਾਂ ਤੱਤਾਂ ਤੋਂ ਇਹ ਸਰੀਰ ਦੀ ਰਚਨਾ ਹੋਈ ਹੈ। ਪੰਜ ਤੱਤ ਕਿਹੜੇ ਨੇ? ਮਿੱਟੀ ਹੈ, ਹਵਾ ਹੈ, ਅਗਨੀ ਹੈ, ਜਲ ਹੈ, ਆਕਾਸ਼ ਹੈ। ਇਹ ਜਿਹੜੇ ਪੰਜ ਤੱਤ ਨੇ ਨਾ, ਪੰਜਾਂ ਤੱਤਾਂ ਤੋਂ ਇਹ ਸਰੀਰ ਦੀ ਰਚਨਾ ਹੋਈ ਹੈ। ਖਾਲਸਾ ਜੀ ਮਹਾਂਪੁਰਸ਼ ਨੂੰ ਪੰਚੀਕ੍ਰਿਤ ਕਰਨਾ ਕਹਿੰਦੇ ਹਨ ਵੀ ਜਦੋਂ ਪੰਜ ਤੱਤ ਪੰਚੀਕ੍ਰਿਤ ਹੋਏ ਤੇ ਸਰੀਰ ਦੀ ਰਚਨਾ ਹੋਈ। ਪੰਜਾਂ ਤੋਂ ਪੰਚੀਕ੍ਰਿਤ ਹੋਇਆ ਕਿਉਂਕਿ ਪਾਣੀ ਤੇ ਅੱਗ ਦੋਵੇਂ ਸਿੱਧੇ ਤਾਂ ਨਹੀਂ ਮਿਲ ਸਕਦੇ। ਪਾਣੀ ਵੱਧ ਹੋਵੇਗਾ ਅੱਗ ਬੁਝ ਜਾਏਗੀ, ਅੱਗ ਵੱਧ ਹੋਵੇ ਤੇ ਪਾਣੀ ਸੜ ਜਾਏਗਾ। ਧਰਤੀ ਤੇ ਆਕਾਸ਼ ਸਿੱਧੇ ਮਿਲ ਸਕਦੇ ਆ ਭਲਾ? ਨਹੀਂ ਨਾ ਮਿਲਦੇ। ਇਹਨਾਂ ਪੰਜਾਂ ਤੱਤਾਂ ਦਾ ਪੰਚੀਕ੍ਰਿਤ ਹੋਇਆ। ਪਰਮੇਸ਼ਰ ਨੇ ਨਾ ਪੰਜਾਂ ਤੱਤਾਂ ਦਾ ਸੁਮੇਲ ਕਰਕੇ ਸ੍ਰਿਸ਼ਟੀ ਦੀ ਰਚਨਾ ਕੀਤੀ, ਮਨੁੱਖੀ ਸਰੀਰਾਂ ਦੀ ਰਚਨਾ ਕੀਤੀ। ਸਾਡੇ ਵਿੱਚ ਅਗਨੀ ਵੀ ਹੈ, ਸਾਡੇ ਵਿੱਚ ਆਕਾਸ਼ ਵੀ ਹੈ, ਸਾਡੇ 'ਚ ਜਲ ਵੀ ਹੈ, ਸਾਡੇ 'ਚ ਵਾਯੂ ਵੀ ਹੈ, ਸਾਡੇ 'ਚ ਧਰਤੀ ਵੀ ਹੈ। ਪੰਜੇ ਤੱਤ ਤੋਂ ਪੰਜਾਂ ਤੱਤਾਂ ਦਾ ਪੰਚੀਕ੍ਰਿਤ ਹੋਇਆ। ਇਹਦੇ ਬਾਰੇ ਮਹਾਂਪੁਰਸ਼ ਏਦਾਂ ਸਮਝਾਉਂਦੇ ਐ ਕਿ ਜਿਵੇਂ ਪੰਜ ਬੰਦੇ ਸੀ, ਪੰਜਾਂ ਕੋਲ ਇੱਕ ਇੱਕ ਖਰਬੂਜਾ ਸੀ। ਉਹਨਾਂ ਪੰਜਾਂ ਜਣਿਆਂ ਨੇ ਕੀ ਕੀਤਾ ਵੀ ਇਹ ਵੰਡਣਾ ਹੈ। ਇੱਕ ਨੇ ਖਰਬੂਜਾ ਚੀਰਿਆ, ਅੱਧਾ ਖਰਬੂਜਾ ਚੀਰ ਕੇ ਆਪਣੇ ਕੋਲ ਰੱਖ ਕੇ ਜਿਹੜਾ ਬਾਕੀ ਦਾ ਅੱਧਾ ਸੀ ਉਹਦੇ ਚਾਰ ਹਿੱਸੇ ਕੀਤੇ ਤੇ ਚਾਰਾਂ 'ਚ ਵੰਡ ਦਿੱਤਾ। ਇਸੇ ਤਰ੍ਹਾਂ ਦੂਜੇ ਕੋਲ ਜਿਹੜਾ ਦੂਜਾ ਖਰਬੂਜਾ ਸੀ ਉਹਨੇ ਵੀ ਅੱਧਾ ਚੀਰਿਆ, ਅੱਧਾ ਕੱਟ ਕੇ ਆਪਣੇ ਕੋਲ ਰੱਖ ਕੇ ਬਾਕੀ ਚਾਰ ਹਿੱਸੇ ਕਰਕੇ ਚਾਰਾਂ 'ਚ ਵੰਡ ਦਿੱਤੇ। ਏਦਾਂ ਪੰਜਾਂ ਨੇ ਕੀਤਾ।
ਖਰਬੂਜਾ ਫਿਰ ਸਾਰਿਆਂ ਦਾ ਸਾਬਤ ਹੀ ਰਿਹਾ, ਜਿੰਨਾ ਜਿੰਨਾ ਦਿੱਤਾ ਉਹਨਾਂ ਨਾਲ ਵਾਪਸ ਆ ਗਿਆ। ਇਸੇ ਤਰ੍ਹਾਂ ਜਿਹੜੇ ਪੰਜ ਤੱਤ ਨੇ, ਪੰਜਾਂ ਤੱਤਾਂ ਨੇ ਆਪਣਾ ਆਪਣਾ ਅੱਧਾ ਹਿੱਸਾ ਰੱਖ ਕੇ ਆਪਣਾ ਅੱਧਾ ਬਾਕੀ ਚਾਰਾਂ 'ਚ ਵੰਡਿਆ। ਮੰਨ ਲਓ ਜਿਵੇਂ ਆਕਾਸ਼ ਤੱਤ ਹੈ, ਆਕਾਸ਼ ਨੇ ਆਪਣਾ ਅੱਧਾ ਹਿੱਸਾ ਰੱਖਿਆ, ਉਹਦੇ ਤੋਂ ਬਣੇ ਕੰਨ। ਜਿਹੜੇ ਸਾਡੇ ਕੰਨ ਨੇ ਇਹ ਆਕਾਸ਼ ਤੋਂ ਬਣੇ ਨੇ। ਜਿਹੜੇ ਸਾਡੇ ਕੇਸ ਨੇ ਇਹ ਵੀ ਆਕਾਸ਼ ਤੋਂ ਬਣੇ ਨੇ, ਇਹ ਆਕਾਸ਼ ਤੱਤਵ ਤੋਂ ਨੇ। ਕਿਉਂਕਿ ਕੇਸ ਨੂੰ ਤੁਸੀਂ ਪਕੜ ਕੇ ਰੱਖੋ, ਕੁੱਟੋ ਦਰਦ ਨਹੀਂ ਹੁੰਦੀ, ਆਕਾਸ਼ ਨੂੰ ਵੀ ਕੁੱਟਿਆ ਵੀ ਸੁਣਿਆ ਹੈ। ਇਸੇ ਤਰ੍ਹਾਂ ਆਕਾਸ਼ ਦਾ ਜਿਹੜਾ ਅੱਧਾ ਤੱਤ ਸੀ, ਅੱਧਾ ਹਿੱਸਾ ਜਿਹੜਾ ਉਹਨੇ ਖਰਬੂਜਾ ਜਿਵੇਂ ਰੱਖਿਆ ਸੀ, ਉਹ ਅੱਧਾ ਤੱਤ ਉਹਦੇ ਤੋਂ ਕੇਸ ਬਣੇ। ਬਾਕੀ ਜਿਹੜਾ ਅੱਧਾ ਸੀ ਉਹਨੇ ਹਵਾ ਨੂੰ ਦਿੱਤਾ, ਹਵਾ ਨੂੰ ਆਪਣਾ ਇੱਕ ਹਿੱਸਾ ਦਿੱਤਾ। ਹਵਾ ਨੇ ਆਕਾਸ਼ ਦੇ ਤੱਤ ਨੂੰ ਨਾਲ ਲੈ ਕੇ ਸਾਡੇ ਕੰਨਾਂ ਦੀ ਰਚਨਾ ਕਰ ਦਿੱਤੀ। ਜਿਹੜੇ ਸਾਡੇ ਕੰਨ ਨੇ ਇਹਦੇ ਵਿੱਚ ਹਵਾ ਔਰ ਆਕਾਸ਼ ਦੋਨਾਂ ਤੱਤਾਂ ਤੋਂ ਬਣੇ ਹੈ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਅੱਖਾਂ ਨੇ ਇਹ ਅਗਨੀ ਤੇ ਜਲ ਦੇ ਸੁਮੇਲ ਤੋਂ ਬਣੀਆਂ ਨੇ। ਅੱਗ ਦਾ ਮੂਲ ਤੱਤ ਹੈ ਅੱਖਾਂ, ਪਰ ਇਹਨੇ ਜਲ ਕੋਲੋਂ ਥੋੜਾ ਜਿਹਾ ਹਿੱਸਾ ਲਿਆ, ਕਿਉਂਕਿ ਅੱਖਾਂ ਵਿੱਚ ਜਲ ਵੀ ਤਾਂ ਰਹਿੰਦਾ ਨਾ। ਜਲ ਤੋਂ ਬਿਨਾਂ ਅੱਖਾਂ ਜਿਹੜੀਆਂ ਬਿਲਕੁਲ ਖੁਸ਼ਕ ਹੋ ਜਾਣ ਉਹ ਨਹੀਂ ਚੱਲ ਸਕਦੀਆਂ। ਤੋ ਜਲ ਔਰ ਅਗਨੀ ਦੇ ਸੁਮੇਲ ਤੋਂ ਅੱਖਾਂ ਬਣੀਆਂ ਨੇ। ਇਸੇ ਤਰ੍ਹਾਂ ਜਿਹੜੀ ਸਾਡੀ ਨੱਕ ਹੈ ਇਹ ਹਵਾ ਤੇ ਧਰਤੀ ਤੋਂ ਬਣੀ ਹੋਈ ਹੈ। ਸਾਡੇ ਜਿਹੜੀਆਂ ਹੱਡੀਆਂ ਨੇ ਸਰੀਰ ਦੀਆਂ ਇਹ ਧਰਤੀ ਤੱਤ ਦੇ ਮੂਲ ਤੱਤ ਤੋਂ ਬਣੀਆਂ ਹੋਈਆਂ ਨੇ। ਇਦਾਂ ਇਹ ਸਰੀਰ ਦਾ ਪੰਚੀਕ੍ਰਿਤ ਕੀਤਾ ਪਰਮੇਸ਼ਰ ਨੇ, ਤੇ ਪੰਚੀਕ੍ਰਿਤ ਕਰਕੇ ਪੰਜਾਂ ਤੱਤਾਂ ਤੋਂ ਇਦਾਂ ਸਰੀਰ ਬਣੇ ਹੈ। ਤੋ ਮੈਂ ਸੰਖੇਪ ਚ ਆਪ ਜੀ ਨੂੰ ਵਿਚਾਰ ਦੱਸੀ ਹੈ। ਮਹਾਰਾਜ ਜੀ ਕਹਿੰਦੇ ਰਾਏ ਬੁਲਾਰ ਜੀ, ਆ ਜਿਹੜੇ ਤੁਸੀਂ ਸਰੀਰ ਦੀ ਗੱਲ ਕਰਦੇ ਹੋ ਵੀ ਮੈਂ ਰਾਏ ਬੁਲਾਰ ਆ, ਮੇਰਾ ਸਰੀਰ ਹੈ ਸਥਿਲ ਹੋ ਗਿਆ, ਬੁੱਢਾ ਹੋ ਗਿਆ। ਮਹਾਰਾਜ ਜੀ ਕਹਿੰਦੇ ਜਿਹੜੇ ਪੰਜ ਤੱਤ ਹਨ, ਪੰਜ ਭੂਤ ਇਹ ਜੜ ਜਾਨੋ ਸਭ। ਜਿਹੜੇ ਪੰਜ ਤੱਤ ਨੇ ਤਾਂ ਜੜ ਨੇ। ਆ ਮਿੱਟੀ ਕੱਲੀ ਪਈ ਹੈ, ਕੀ ਕਰ ਸਕਦੀ ਹੈ? ਵਾਯੂ ਜਿਹੜੀ ਕੱਲੀ ਜੜ ਹੈ। ਇਹ ਜਿਹੜੇ ਪੰਜ ਤੱਤ ਨੇ ਮੂਲ ਵਿੱਚ ਜੜ ਹਨ। ਤਿਨ ਕੀ ਦੇਹ ਰਚੀ ਜੜ ਸੋ। ਪਰਮੇਸ਼ਰ ਨੇ ਜੜ ਪੰਜਾਂ ਤੱਤਾਂ ਦੀ ਜੜ ਦੇ ਰਚੀ। ਆ ਸਰੀਰ ਵੀ ਜੜ ਹੀ ਹੈ, ਜਿਹਦੇ ਚੋਂ ਚੇਤਨਾ ਨਿਕਲ ਜਾਏ ਤੇ ਸਰੀਰ ਕਿਤੇ ਫਿਰ ਜੜ ਹੀ ਮਿੱਟੀ ਦੀ ਢੇਰੀ ਹੈ ਨਾ। ਇਸ ਜੜ ਸਰੀਰ ਦੀ ਰਚਨਾ ਜੜ ਪੰਜਾਂ ਤੱਤਾਂ ਤੋਂ ਵਾਹਿਗੁਰੂ ਨੇ ਕੀਤੀ। ਜਸ ਕਾਰਨ ਤਸ ਕਾਰਜ ਹੋ। ਜੇ ਕਾਰਨ ਜੜ ਹੈ ਤੇ ਫਿਰ ਉਹਦਾ ਕਾਰਜ ਵੀ ਤਾਂ ਜੜ ਹੀ ਹੋਵੇਗਾ ਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਪੰਜ ਤੱਤ ਜੜ ਨੇ, ਉਹਦੇ ਜਿਹੜਾ ਕਾਰਜ ਹੋਇਆ, ਉਹਦਾ ਜਿਹੜਾ ਸਰੀਰ ਬਣਿਆ, ਉਹ ਵੀ ਤਾਂ ਫਿਰ ਜੜ ਹੀ ਹੋਵੇਗਾ ਨਾ। ਧਰਤੀ ਜੜ ਹੈ, ਕੱਲੀ ਹੈ ਜਿਹੜੀ ਹਵਾ ਹੈ ਵੀ ਜੜ ਹੀ ਹੈ ਨਾ। ਤੇ ਜੜ ਪੰਜਾਂ ਤੱਤਾਂ ਤੋਂ ਸਰੀਰ ਦੇ ਰਚਨਾ ਹੋਈ, ਤੇ ਜੇ ਕਾਰਨ ਜੜ ਹੈ ਤਾਂ ਫਿਰ ਉਹਦਾ ਕਾਰਜ ਵੀ ਜੜ ਹੈ। ਤੂੰ ਸਦੀਵ ਚੇਤਨ ਸੁਖ ਸੰਗਾ। ਰਾਏ ਬੁਲਾਰ ਜੀ ਤੁਸੀਂ ਤਾਂ ਚੇਤਨ ਹੋ, ਤੁਸੀਂ ਜੜ ਤਾਂ ਨਹੀਂ, ਕਿਉਂਕਿ ਸਰੀਰ ਜੜ ਹੁੰਦਾ। ਤੁਸੀਂ ਤਾਂ ਚੇਤਨ ਹੋ, ਤੁਸੀਂ ਤਾਂ ਸਦਾ ਸੁਖ ਚ ਰਹਿਣ ਵਾਲੇ ਚੇਤਨ ਹੋ। ਜਨਮ ਮਰਨ ਤੇ ਰਹਿਤ ਅਭੰਗਾ। ਇਹ ਸਰੀਰ ਦਾ ਜਨਮ ਮਰਨ ਹੁੰਦਾ। ਜਿਹੜਾ ਤੁਹਾਡਾ ਸਰੂਪ ਹੈ ਚੇਤਨ, ਉਹ ਜਨਮ ਤੇ ਮਰਨ ਦੋਨਾਂ ਤੋਂ ਰਹਿਤ ਹੈ। ਉਹ ਜਨਮ ਮਰਨ ਤੋਂ ਰਹਿਤ ਹੈ। ਨਾਮ ਰੂਪ ਪੁਨ ਬਰਨ ਬਹੀਨਾ। ਤੁਹਾਡਾ ਜਿਹੜਾ ਸਰੂਪ ਹੈ ਰਾਏ ਬੁਲਾਰ ਜੀ, ਉਹ ਨਾਮ ਤੋਂ, ਰੂਪ ਤੋਂ, ਰੰਗ ਵਰਨ ਤੋਂ ਵਹੀਣਾ, ਨਿਰਾਲਾ। ਉਹਦਾ ਨਾ ਕੋਈ ਨਾਮ ਹੈ, ਉਹਦਾ ਨਾ ਕੋਈ ਰੂਪ ਹੈ, ਉਹਦਾ ਨਾ ਕੋਈ ਰੰਗ ਹੈ, ਉਹਦਾ ਨਾ ਕੋਈ ਵਰਣ ਹੈ, ਉਹਦਾ ਨਾ ਕੋਈ ਜਾਤੀ ਹੈ, ਉਹਦਾ ਨਾ ਕੋਈ ਧਰਮ ਹੈ। ਮਹਾਰਾਜ ਜੀ ਕਹਿੰਦੇ ਉਹ ਹੈ ਤੁਹਾਡਾ ਸਰੂਪ ਚੇਤਨ, ਜਿਹੜਾ ਤੁਹਾਡੇ ਇਸ ਸਰੀਰ ਤੋਂ ਪਹਿਲਾਂ ਵੀ ਸੀ ਔਰ ਇਸ ਸਰੀਰ ਦੇ ਖਤਮ ਹੋਣ ਤੋਂ ਬਾਅਦ ਵੀ ਰਹਿਣਾ ਹੈ। ਤੇ ਜਿਸ ਤੋਂ ਬਿਨਾਂ ਇਹ ਸਰੀਰ ਜੜ ਹੈ, ਉਹ ਤੁਹਾਡਾ ਸਰੂਪ ਹੈ, ਜੋ ਨਾਮ, ਰੂਪ, ਵਰਣ, ਜਾਤ ਤੋਂ ਰਹਿਤ ਹੈ। ਸਦਾ ਏਕ ਰਸ
ਦੁਖ ਸਭ ਹੀਨਾ। ਜਿਹੜਾ ਸਦਾ ਹੀ ਇੱਕ ਰਸ ਹੈ, ਦੁੱਖਾਂ ਤੋਂ ਰਹਿਤ ਹੈ। ਸੋ ਤਜ ਕਰ ਜਬ ਜਾਵਤ ਦੇਈ। ਉਹ ਚੇਤਨਾ ਜਦੋਂ ਇਸ ਦੇਹੀ ਨੂੰ, ਸਰੀਰ ਨੂੰ ਛੱਡ ਕੇ ਜਾਂਦੀ ਹੈ। ਘਰ ਤੇ ਕਾਢੇ ਵਹਿਰ ਸਨੇਹੀ। ਆ ਜਿਹੜੇ ਤੁਸੀਂ ਸਨੇਹੀ ਕਹਿੰਦੇ ਹੋ, ਮੇਰੇ ਰਿਸ਼ਤੇਦਾਰ, ਸੰਬੰਧੀ, ਪੁੱਤ, ਧੀਆਂ, ਮਹਾਰਾਜ ਜੀ ਕਹਿੰਦੇ ਫਿਰ ਇਹ ਸਾਰੇ ਘਰੋਂ ਕੱਢ ਦਿੰਦੇ ਆ ਜਦੋਂ ਉਹ ਨਿਕਲ ਜਾਂਦਾ ਸਰੀਰ ਚੋਂ। ਮਹਾਰਾਜ ਜੀ ਕਹਿੰਦੇ ਫਿਰ ਇਹ ਸਾਰੇ ਘਰੋਂ ਕੱਢ ਦਿੰਦੇ ਹਨ। ਜਿਸ ਬਿਹੀਨ ਤਨ ਮ੍ਰਿਤ ਅਪਵਿੱਤਰਾ। ਜਿਸ ਚੇਤਨਾ ਤੋਂ ਬਿਨਾਂ ਇਹ ਸਰੀਰ ਮਰ ਜਾਂਦਾ ਤੇ ਅਪਵਿੱਤਰ ਹੋ ਜਾਂਦਾ ਹੈ। ਸੋ ਤੂੰ ਲਖੀਏ ਪ੍ਰਿਥਕ ਪਵਿੱਤਰਾ। ਇਸ ਕਰਕੇ ਜਾਣ ਲਓ ਰਾਏ ਬੁਲਾਰ ਜੀ, ਜਿਹੜਾ ਤੁਹਾਡਾ ਸਵਰੂਪ ਹੈ ਉਹ ਪਵਿੱਤਰ ਹੈ, ਉਹ ਪਾਵਨ ਹੈ। ਜਾਤ ਬਰਨ ਤੋਂ ਲਖ ਕਰ ਨਿਆਰੋ। ਉਸਨੂੰ ਜਾਤ ਤੋਂ, ਵਰਨ ਤੋਂ ਨਿਆਰਾ ਕਰਕੇ ਜਾਣੋ। ਨਿਜ ਸਰੂਪ ਕਰੀਏ ਨਿਰਧਾਰੋ। ਤੁਸੀਂ ਆਪਣੇ ਸਵਰੂਪ ਨੂੰ ਆਪਣੇ ਹਿਰਦੇ 'ਚ ਨਿਰਧਾਰਤ ਕਰੋ, ਜਿਹੜਾ ਜਾਤ ਵਰਨ ਤੋਂ ਨਿਆਰਾ ਹੈ। ਹਰ ਪੁਨ ਜੈ ਜੈ ਮਮਤਾ ਥਾਪੀ। ਫਿਰ ਤੁਸੀਂ ਜਿੱਥੇ ਜਿੱਥੇ ਆਪਣੀ ਮਮਤਾ ਰੱਖੀ ਹੋਈ ਹੈ, ਦੁੱਖ ਮੈਂ ਸੰਗੀ ਹੋਏ ਨਾ ਕਦਾਪੀ। ਇਹ ਦੁੱਖ ਦੇ ਵਿੱਚ ਕਦੇ ਵੀ ਨਾਲ ਨਹੀਂ ਨਿਭਣ ਵਾਲੇ। ਧਨ ਆਦਿਕ ਜੇ ਪਿਖੋ ਪਦਾਰਥ। ਜਿਹੜੇ ਧਨ ਆਦਿਕ ਪਦਾਰਥ ਸੰਸਾਰ ਦੇ ਤੁਸੀਂ ਵੇਖਦੇ ਹੋ, ਸਭ ਜੀਵਤ ਲੋ ਮੂਵੇ ਆਕਾਰਤ। ਇਹ ਸਾਰੇ ਜੀਵਦਿਆਂ ਜੀ ਨੇ, ਮਰ ਗਿਆ ਇਹ ਸਾਰੇ ਆਕਾਰਥ ਹਨ। ਜੇ ਗਿਆਤੀ ਬਨਤਾ ਸੁਤ ਨਾਤੀ। ਜਿਹੜੇ ਸੰਬੰਧੀ ਨੇ, ਘਰ ਵਾਲੀ ਹੈ, ਧੀ ਪੁੱਤਰਾ ਹਨ। ਤਨ ਤਿਆਗੇ ਤੇ ਕੋ ਨ ਸੰਗਾਤੀ। ਇਹ ਸਰੀਰ ਨੂੰ ਤਿਆਗਦਿਆਂ ਇਹਨਾਂ ਚੋਂ ਕੋਈ ਨਾਲ ਨਹੀਂ ਜਾਂਦਾ। ਇਹ ਕੇਵਲ ਸਰੀਰ ਨਾਲ ਹੀ ਜੁੜੇ ਹੋਏ। ਸਰੀਰ, ਜਿਵੇਂ ਸਰੀਰ ਮਿਥਿਆ, ਏਦਾਂ ਇਹ ਵੀ ਮਿਥਿਆ ਹਨ। ਦੋਹਰਾ ਵਸਤਰ ਸਮਾਨ ਸਰੀਰ ਸੋ। ਜੀਰਣ ਹੋਏ ਤਜ ਜਾਏ। ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਕੱਪੜਾ ਪੁਰਾਣਾ ਹੋਵੇ ਤੇ ਲਾਹ ਦੇਈਦਾ ਨਾ, ਰਾਏ ਜੀ ਏਦਾਂ ਇਹ ਸਰੀਰ ਕੱਪੜੇ ਦੇ ਸਮਾਨ ਹੈ। ਆਤਮਾ ਨੇ ਇਹਨੂੰ ਧਾਰਨ ਕੀਤਾ ਹੈ। ਤੋ ਆਤਮਾ ਅਸਲ ਵਿੱਚ ਉਹ ਇਹਦੇ ਵਿੱਚ ਚੇਤਨਾ ਹੈ। ਜਦੋਂ ਇਹ ਜੀਰਣ ਹੁੰਦਾ ਸਰੀਰ ਇਹਨੂੰ ਛੱਡ ਕੇ, ਜਾਂ ਤੇ ਨਿਆਰੋ ਆਤਮਾ ਲਖੋ ਹਿਰਦੇ ਨਰ ਨਾਏ। ਉਹ ਦੂਸਰੇ ਸਰੀਰ 'ਚ ਜਾਂਦੀ ਹੈ, ਉਦੋਂ ਤੱਕ ਚਲਦੀ ਰਹਿੰਦੀ ਹੈ ਜਦੋਂ ਤੱਕ ਇਹਨੂੰ ਆਪਣੇ ਸਰੂਪ ਦਾ ਗਿਆਨ ਨਹੀਂ ਹੋ ਜਾਂਦਾ। ਇਸ ਕਰਕੇ ਰਾਏ ਜੀ, ਤੁਹਾਡਾ ਸਵਰੂਪ ਇਹ ਸਰੀਰ ਨਹੀਂ, ਤੁਹਾਡਾ ਸਰੂਪ ਇਸ ਸਰੀਰ ਤੋਂ ਨਿਰਾਲਾ ਤੁਹਾਡੀ ਚੇਤਨਾ ਹੈ। ਜਦੋਂ ਰਾਏ ਬੁਲਾਰ ਜੀ ਨੇ ਮਹਾਰਾਜ ਜੀ ਦੇ ਬਚਨ ਸੁਣੇ, ਸਰੀਰ ਤੋਂ ਇੱਕਦਮ ਸੁਰਤ ਟੁੱਟ ਗਈ ਕਿ ਮੈਂ ਸਰੀਰ ਨਹੀਂ ਹਾਂ, ਮੈਂ ਤਨ ਨਹੀਂ ਹਾਂ। ਕਿੱਥੇ ਜਾ ਕੇ ਟਿਕੀ ਸੁਰਤ? ਆਖਿਆ ਇਹ ਸਰੀਰ ਤਾਂ ਮਿਥਿਆ, ਇਹ ਸਰੀਰ ਚੱਲ ਕੇ ਇਹਦੇ ਨਾਲ ਰਿਹਾ। ਕਹਿੰਦੇ ਸਰੀਰ ਨੂੰ ਚਲਾ ਰਹੀਆਂ ਨੇ ਇੰਦਰੀਆਂ, ਅੱਖਾਂ, ਹੱਥ, ਪੈਰ। ਕਹਿੰਦੇ ਫਿਰ ਤਾਂ ਮੈਂ ਇੰਦਰੀਆਂ ਹੋਵਾਂਗਾ, ਇਹ ਮੇਰਾ ਸਰੂਪ ਹੈ। ਮਹਾਰਾਜ ਜੀ ਕਹਿੰਦੇ ਹੋਰ ਪਰੇ ਚੱਲ, ਗਿਆਨ ਦਿੰਦੇ। ਫਿਰ ਕਹਿੰਦੇ ਪ੍ਰਾਣ, ਕਿਉਂਕਿ ਇੰਦਰੀਆਂ ਪ੍ਰਾਣਾਂ ਦੇ ਆਸਰੇ ਚੱਲਦੀਆਂ ਨੇ। ਮਹਾਰਾਜ ਕਹਿੰਦੇ ਪ੍ਰਾਣ ਵੀ ਨਹੀਂ। ਫਿਰ ਕਹਿੰਦਾ ਮਨ, ਮਹਾਰਾਜ ਕਹਿੰਦੇ ਮਨ ਵੀ ਨਹੀਂ। ਜਿਵੇਂ ਆਤਮਾ ਤੱਕ ਲੈ ਕੇ ਜਾ ਰਹੇ ਨੇ। ਇਹ ਗੱਲ ਪੂਰਨ ਗੁਰੂ ਦੀ ਦਇਆ ਤੋਂ ਬਿਨਾਂ ਸਮਝ ਨਹੀਂ ਆਉਂਦੀ। ਰਾਏ ਬੁਲਾਰ ਵਰਗਾ ਜਗਿਆਸੂ ਹੋਵੇ ਤੇ ਗੁਰੂ ਨਾਨਕ ਸਾਹਿਬ ਜੈਸੇ ਸਤਿਗੁਰੂ ਹੋਣ ਤੇ ਖਾਲਸਾ ਜੀ ਬ੍ਰਹਮ ਗਿਆਨ ਹੋਣਾ ਅਵਸ਼ ਪਰਪਾਕੀ ਪਰਪੱਕ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ। ਗੁਰੂ ਨਾਨਕ ਸਾਹਿਬ ਜੈਸੇ ਸਤਿਗੁਰੂ ਹੋਣ, ਰਾਏ ਬੁਲਾਰ ਜੈਸਾ ਸੇਵਕ ਹੋਵੇ, ਜਗਿਆਸੂ ਹੋਵੇ ਤੇ ਬ੍ਰਹਮ ਗਿਆਨ ਹੋਣਾ ਅਵਸ਼ ਸੀ, ਪੱਕਾ ਸੀ। ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਤਾਂ ਹੈਣ, ਪਰ ਅੱਜ ਸਾਡੇ ਕੋਲ ਰਾਏ ਬੁਲਾਰ ਜੀ ਵਰਗੇ ਸਿੱਖ ਅਸੀਂ ਨਹੀਂ ਹਾਂ, ਜਗਿਆਸੂ ਅਸੀਂ ਨਹੀਂ ਹਾਂ। ਇਸ ਕਰਕੇ ਕਹਿਣ ਲੱਗ ਪੈਂਦੇ ਆ ਕਈ ਜੀ ਕੋਈ ਬ੍ਰਹਮ ਗਿਆਨ ਨਹੀਂ ਹੁੰਦਾ ਜੀ, ਤੇ ਬੜੇ ਬੜੇ ਲੋਕ ਵਤੰਡਾ ਕਰਦੇ ਆ, ਵਾਦ ਵਿਵਾਦ ਕਰਦੇ ਆ। ਤੋ ਮੇਰੇ ਪਾਤਸ਼ਾਹ ਜਿਵੇਂ ਕਿਰਪਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੇ ਘਰ ਦੀ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਹੇ ਪੁਰਨ ਹੈ ਸਰਬ ਮੈਂ, हे संगी है निरंकार, हे गोबिंद है गुण निधान, हे अपरंपर हर हरे, हे संत क सदा संग, हे ठाकुर हो दासरो, नानक दीजै नाम दान, आए प्रभ शरणागति, एक अखर हर मन बस्त, नानक ओत निहाल। वाहिगुरु नाम जहाज है, चढ़े सो तेरे पार, जो शरदा कर से बंदे, गुर पारे उतार निहार। वाहिगुरु नाम जहाज है, चढ़े सो तेरे पार, जो शरदा कर से बंदे, पारे उतार निहार। वाहिगुरु जी का खालसा, वाहिगुरु जी की फतेह।
श्री गुरु जी। वाहे गुरु गुरु जी। वाहे गुरु वाहे गुरु वाहे गुरु वाहे दंडोत बंदन अनेक बार सर्व कला समर्थ डोलन ते राखो प्रभु। डोलन ते राखो प्रभु। नानक दे कर हथ आनंद गुण निधान। गुरु गरीब निवाज गरीब निवाज गरीब निवाज। बसंत आगमन। पहल 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 बसंत आगमन।
का करो विचार, तिसका करो विचार। पहल बसंत आगमान, पहल बसंत आगमान, पहल बसंत आगमान। आगमन आगमन पहल बसंत आगमन, पहल बसंत आगमन, इसका करो विचार। इसका करो विचार। पहल बसंत आगमन, पहल बसंत आगमन, नानक सो साला नानक सो साला नानक नानक सो सलाहिए 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 नानक सो सलाहिए नानक सो सलाहिए नानक सो सलाहिए जे सबसे देवदार 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 पहल बसंत आगमन, 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 पहल
इसका करो विचार, इसका करो विचार। पहले बसंत आगमान, पहले बसंत आगमान, पहले बसंत, पहले बसंत, पहले बसंत आगमान, आगमान। हर हर नाम जपनते कट न कै जमका, नानक मन तन सुखी होए। अंत मिले गोपाल। बसंत की वार महल पंजवा, एक ओंकार सतगुर प्रसाद। हर का नाम ते आए के हो हरिया पाए, धर्म लखनते पाए वीर सुहाए। मंत्र पे मौले आए फल पाए, बिन साधु के तुझे लति सब छाए। नानक सिमरे एक नाम फिर और न ताए, नानक सिमरे एक नाम फिर और न ताई। बसंत की वार महल पंजवा।